ਮੋਦੀ ਸਾਹਿਬ ਦੇ ਅਸੀਂ ਪੁਤਲੇ ਫੂਕਦੇ ਦੇਖ ਲਏ ਹੈਗੇ ਨੇ। ਦੁਸ਼ਹਿਰੇ ਤੇ ਰਾਵਣ ਨਹੀਂ, ਨਰਿੰਦਰ ਮੋਦੀ ਦੇ ਪੁਤਲੇ ਫੂਕੇ ਨੇ। ਭਾਰਤੀ ਜਨਤਾ ਪਾਰਟੀ ਨੂੰ ਅੱਜ ਕਿਸਾਨਾਂ ਦੇ ਮੁੱਦੇ ਨੂੰ ਐਡਰੈਸ ਕਰਨਾ ਚਾਹੀਦਾ ਹੈ, ਲੇਕਿਨ ਵਿਜੇ ਸਾਂਪਲਾ ਅੱਜ ਦਲਿਤਾਂ ਦੇ ਉੱਤੇ ਜਿਹੜੇ ਅਤਿਆਚਾਰ ਪੰਜਾਬ ਵਿੱਚ ਕਥਿਤ ਹੋ ਰਹੇ ਹੈਗੇ ਨੇ ਉਹਨਾਂ ਦੇ ਮੁੱਦੇ ਨੂੰ ਚੁੱਕ ਰਹੇ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਐਵੇਂ ਤਾਂ ਕਹਿੰਦੇ ਨੇ ਵੀ ਇਹ ਕਿਸਾਨ ਨਹੀਂ ਹੈਗੇ ਨੇ, ਤੁਸੀਂ ਉਹਨਾਂ ਦੇ ਕਿਰਦਾਰ ਉੱਤੇ ਸ਼ੱਕ ਕਰਦੇ ਹੋ। ਇਸ ਗੱਲ ਦਾ ਗੁੱਸਾ ਹੈ, ਤਾਂ ਹੀ ਇਹ ਆਪਸ ਦੇ ਵਿੱਚ ਰਾਬਤਾ ਕਾਇਮ ਨਹੀਂ ਹੋ ਪਾ ਰਿਹਾ। ਮੈਂ ਤਾਂ ਕਹਿ ਰਿਹਾ ਵੀ ਜਿਹੜੇ ਕੌਨਫੀਡੈਂਸ ਬਿਲਡਿੰਗ ਮੇਜਰ CBMs ਹੁੰਦੇ ਨੇ, ਤੁਹਾਡੇ ਪ੍ਰਧਾਨ ਸਟੇਜ ਤੋਂ ਕੁਝ ਹੋਰ ਭਾਸ਼ਾ ਬੋਲਦੇ ਨੇ, ਤੁਸੀਂ ਇੱਥੇ ਸਟੇਟ ਦੇ ਵਿੱਚ ਕੁਝ ਹੋਰ ਭਾਸ਼ਾ ਬੋਲਦੇ ਹੋ, ਮਾਲ ਗੱਡੀਆਂ ਨੂੰ ਰੋਕਤਾ ਜਾਂਦਾ, ਇਹ ਪ੍ਰਭਾਵ ਜਾ ਰਿਹਾ, ਇਹਨੂੰ ਕਲੈਰੀਫਾਈ ਕਰੋ। ਕੇਂਦਰ ਸਰਕਾਰ ਨੇ ਕਿਤੇ ਮਾਲ ਗੱਡੀਆਂ ਨਹੀਂ ਰੋਕੀਆਂ, ਮੈਂ ਬੜੇ ਜ਼ਿੰਮੇਵਾਰੀ ਨਾਲ ਕਹਿ ਰਿਹਾ। ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਕਲੀਅਰੈਂਸ ਮੰਗੀ। ਅਗਰ ਕੇਂਦਰ ਸਰਕਾਰ ਨੇ ਕਿਤੇ ਕਲੀਅਰੈਂਸ ਲੈਣੀ ਤੇ ਕਿਹਦੇ ਕੋਲ ਲੈਣੀ? ਸੂਬਾ ਸਰਕਾਰ ਤੋਂ। ਕੱਲ ਨੂੰ ਕੋਈ ਵਾਰਦਾਤ ਹੋ ਜਾਏ, ਕੌਣ ਜ਼ਿੰਮੇਵਾਰ ਹੈ? ਪੰਜਾਬ ਦੇ ਵਿੱਚ ਜਿਹੜਾ ਪ੍ਰੋਟੈਸਟ ਹੁੰਦਾ ਹੈ, ਜਿਹੜਾ ਵਿਰੋਧ ਹੁੰਦਾ ਹੈ, ਉਹ ਦੇਸ਼ ਦੇ ਕਿਸੇ ਹੋਰ ਸੂਬੇ 'ਚ ਨਹੀਂ ਹੁੰਦਾ। ਇਸ ਨੂੰ ਆਪਾਂ ਪੰਜਾਬ ਦੀ BJP ਦੀ ਲੀਡਰਸ਼ਿਪ ਦਾ ਫੇਲਿਅਰ ਮੰਨੀਏ ਕਿ ਤੁਸੀਂ ਲੋਕ ਆਪਣੇ ਕਿਸਾਨਾਂ ਦੇ ਨਾਲ ਕਨੈਕਟਡ ਨਹੀਂ ਹੋ। ਤੁਸੀਂ ਇੱਕ ਸ਼ਹਿਰੀ ਪਾਰਟੀ ਹੋ, ਤੁਹਾਡਾ ਪਿੰਡਾਂ ਦੇ ਵਿੱਚ ਕੋਈ ਆਧਾਰ ਨਹੀਂ ਹੈ। ਜੇ ਕਿਸਾਨ ਵੀਰਾਂ ਦਾ ਕੋਈ ਅੰਦੋਲਨ ਚੱਲਦਾ, ਉਹਦੀ ਆੜ ਦੇ ਵਿੱਚ ਤੁਸੀਂ ਆਣ ਕੇ ਸਾਡੇ BJP ਦੇ ਦਫ਼ਤਰ ਤੋੜ ਦਿਓਗੇ। ਤੁਸੀਂ 1984 ਦਾ ਵਾਕਿਆ ਸਾਨੂੰ ਸਾਡੇ ਮੁਰੇ ਦੱਸਣਾ ਚਾਹੁੰਦੇ ਹੋ? ਤੁਸੀਂ ਇਹਨੂੰ ਬੰਗਾਲ ਬਣਾਉਣਾ ਚਾਹੁੰਦੇ ਹੋ? ਮੇਰਾ ਸਵਾਲ ਹੈ, ਤੁਸੀਂ BJP ਨੂੰ ਬੰਗਾਲ 'ਚ ਹੋ ਰਿਹਾ ਉਹ ਤੁਸੀਂ ਚਾਹੁੰਦੇ ਹੋ ਵੀ ਪੰਜਾਬ 'ਚ ਹੋਵੇ? ਜਿਸ ਤਰੀਕੇ ਦਾ ਕਿਸ ਕਿਸਮ ਦੀ ਰਾਜਨੀਤੀ ਹੈ ਜਿਹੜਾ BJP? ਕਿਸਾਨਾਂ ਨੂੰ ਸਮਝਾਓ ਨਾ। ਕਿਸਾਨਾਂ ਦੇ ਨਾਲ ਰਾਬਤਾ ਤਾਂ ਆਪਾਂ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀਆਂ ਦਾ ਕਾਇਮ ਨਹੀਂ ਕਰਾ ਪਾਏ। ਉਸ ਹਾਲਾਤ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਅੱਗ ਨਾ ਲਵਾ ਦਿਓ। ਅੱਗ ਕੌਣ ਲਗਾਏਗਾ? ਕਿਸਾਨਾਂ ਦੀ ਗੱਲ ਬੈਠੋ, ਸੁਣੋ, ਮੇਜ਼ ਤੇ ਆਣ ਸਾਰੇ ਇਕੱਠੇ ਹੋਣ। ਇਹ ਕਿਉਂ ਨਹੀਂ BJP ਲੀਡਰਸ਼ਿਪ ਕਰ ਪਾ ਰਹੀ? ਅਸੀਂ ਕੱਲੀ ਤੁਹਾਡੀ ਬਾਂਹ ਵੀ ਬਣਨਾ ਚਾਹੁੰਦੇ, ਤੁਹਾਡੇ ਵਕਾਲਤ ਕਰਨ ਨੂੰ ਅਸੀਂ ਤਿਆਰ ਬੈਠੇ ਹਾਂ ਪੰਜਾਬ ਦੇ ਹਿੱਤਾਂ ਦੇ ਲਈ। ਨਮਸਕਾਰ, ਸਤਿ ਸ਼੍ਰੀ ਅਕਾਲ। ਵਰਲਡ ਪੰਜਾਬੀ TV ਤੇ ਸਵਾਗਤ ਹੈ। ਅੱਜ ਇੱਕ ਖਾਸ ਮਹਿਮਾਨ ਸਾਡੇ ਨਾਲ ਹੈਗੇ ਨੇ। ਗੱਲ ਕਰਾਂਗੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ BJP ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਸਾਹਿਬ ਦੇ ਨਾਲ, ਜੋ ਕਿ ਅੱਜ ਵਰਲਡ ਪੰਜਾਬੀ TV ਦੇ ਸਟੂਡੀਓ ਤੋਂ ਸਾਡੇ ਨਾਲ ਜੁੜਨਗੇ। ਬਹੁਤ ਬਹੁਤ ਸਵਾਗਤ ਹੈ ਸਾਂਪਲਾ ਜੀ। ਬਹੁਤ ਧੰਨਵਾਦ ਜੀ। ਦਰਸ਼ਕਾਂ ਨੂੰ ਦੱਸ ਦੇ ਵੀ ਵਿਜੇ ਸਾਂਪਲਾ ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ਵਿੱਚ ਕਾਫੀ ਐਕਟਿਵ ਨਜ਼ਰ ਆ ਰਹੇ ਨੇ। ਉਸ ਵਕਤ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਲਗਾਤਾਰ ਕਿਸਾਨਾਂ ਵੱਲੋਂ ਘਿਰਾਓ ਜਾਰੀ ਹੈ, ਕਿਸਾਨਾਂ ਵੱਲੋਂ ਹਰ BJP ਦੇ ਫੰਕਸ਼ਨ ਦੇ ਅੱਗੇ ਇੱਕ ਅੜਿੱਕਾ ਪਾਇਆ ਜਾ ਰਿਹਾ ਹੈ। ਗੁੱਸਾ ਹੈ, ਨਾਰਾਜ਼ਗੀ ਹੈ ਕੇਂਦਰ ਸਰਕਾਰ ਦੇ ਪ੍ਰਤੀ। 3 ਖੇਤੀਬਾੜੀ ਜਿਹੜੇ ਸੰਬੰਧਿਤ ਬਿੱਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨੇ, ਸਿਆਸਤ ਸਿਖਰਾਂ ਤੇ ਹੈ। ਉਸ ਹਾਲਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਔਖਾ ਹੋ ਰਿਹਾ ਹੈ ਪੰਜਾਬ ਵਿੱਚ ਵਿਚਰਨਾ। ਵਿਜੇ ਸਾਂਪਲਾ ਉਹਨਾਂ ਚੁਣਿੰਦਾ ਲੀਡਰਾਂ ਵਿੱਚੋਂ ਹੈਗੇ ਨੇ ਜੋ ਕਿ ਅੱਜ ਵੀ ਸੜਕਾਂ ਤੇ, ਪੰਜਾਬ ਦੀਆਂ ਸੜਕਾਂ ਤੇ ਘੁੰਮ ਫਿਰ ਰਹੇ ਹੈਗੇ ਨੇ। ਕਿਤੇ ਨਾ ਕਿਤੇ ਇਹਨਾਂ ਨੂੰ ਵੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਵੀ ਬਣਨਾ ਪਿਆ ਹੈ। ਅੱਜ ਅਸੀਂ ਸਾਂਪਲਾ ਸਾਹਿਬ ਨਾਲ ਪੁੱਛਾਂਗੇ ਵੀ ਜਦੋਂ ਪੰਜਾਬ ਦੇ ਵਿੱਚ ਕਿਸਾਨੀ ਦਾ ਮੁੱਦਾ ਸਿਖਰ ਦੇ ਉੱਤੇ ਹੈ, ਗਰਮੀ ਪੂਰੀ ਚੜੀ ਹੋਈ ਹੈ ਪੰਜਾਬ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ, ਉਸ ਵਕਤ ਇੱਕ ਦਲਿਤਾਂ ਦਾ ਮੁੱਦਾ ਲੈ ਕੇ ਵਿਜੇ ਸਾਂਪਲਾ ਸਾਹਿਬ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਭੰਡਣ ਲਈ ਸੜਕਾਂ ਤੇ ਉਤਰ ਰਹੇ ਨੇ। ਸਾਂਪਲਾ ਸਾਹਿਬ, ਕੀ ਚੱਕਰ ਹੈ? ਪੰਜਾਬ ਦੀ ਸਿਆਸਤ ਅੱਜ ਗੱਲ ਸੁਣਨਾ ਚਾਹ ਰਹੀ ਹੈ ਵੀ ਕਿਸਾਨਾਂ ਦੀ ਗੱਲ ਹੋਵੇ। ਕਿਸਾਨਾਂ ਦੇ ਨਾਲ ਜੋ ਕੇਂਦਰ ਸਰਕਾਰ ਦੇ 3 ਕਾਨੂੰਨਾਂ ਦੇ ਸੰਬੰਧ ਵਿੱਚ ਇੱਕ ਰਾਏ ਪੰਜਾਬ ਵਿੱਚ ਬਣੀ ਹੈ। ਮੋਦੀ ਸਾਹਿਬ ਦੇ ਅਸੀਂ ਪੁਤਲੇ ਫੂਕਦੇ ਦੇਖ ਲਏ ਹੈਗੇ ਨੇ। ਦੁਸ਼ਹਿਰੇ ਤੇ ਰਾਵਣ ਨਹੀਂ, ਨਰਿੰਦਰ ਮੋਦੀ ਦੇ ਪੁਤਲੇ ਫੂਕੇ ਨੇ। ਇਹ ਸੈਂਟੀਮੈਂਟ ਪੰਜਾਬ ਦੇ ਵਿੱਚ ਹੈਵੀ ਹੈ। ਇਸ ਹਾਲਾਤ ਦੇ ਵਿੱਚ ਵਿਜੇ ਸਾਂਪਲਾ ਇੱਕ ਵੱਖਰੀ ਇਸ਼ੂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਿਹਾ ਹੈ। ਇੱਕ ਕਨਵਿੰਸਿੰਗ ਲੱਗ ਰਿਹਾ ਹੈ। ਇਹ ਕੀ ਚੱਕਰ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਅੱਜ ਕਿਸਾਨਾਂ ਦੇ ਮੁੱਦੇ ਨੂੰ ਐਡਰੈਸ ਕਰਨਾ ਚਾਹੀਦਾ ਹੈ, ਲੇਕਿਨ ਵਿਜੇ ਸਾਂਪਲਾ ਅੱਜ ਦਲਿਤਾਂ ਦੇ ਉੱਤੇ ਜਿਹੜੇ ਅਤਿਆਚਾਰ ਪੰਜਾਬ ਵਿੱਚ ਕਥਿਤ ਹੋ ਰਹੇ ਹੈਗੇ ਨੇ ਉਹਨਾਂ ਦੇ ਮੁੱਦੇ ਨੂੰ ਚੁੱਕ ਰਿਹਾ। ਦੇਖੋ, ਐਸਾ ਹੈ ਕਿ ਭਾਰਤੀ ਜਨਤਾ ਪਾਰਟੀ ਹਰ ਮੁੱਦੇ ਨੂੰ ਚੁੱਕਦੀ ਹੈ, ਹਰ ਵਿਸ਼ੇ ਦੇ ਉੱਤੇ ਉਹਨਾਂ ਆਪਣਾ ਕੰਮ ਕਰਨਾ ਕਰਤੱਵ ਸਮਝਦੀ ਹੈ। ਜਿੱਥੇ ਕਿਸਾਨ ਸਾਡੇ ਵੀਰ ਨੇ, ਅਸੀਂ ਉਹਨਾਂ ਦੇ ਹਿੱਤਾਂ ਦੇ ਲਈ ਕੰਮ ਕਰਨ ਨੂੰ ਤਿਆਰ ਹਾਂ। ਹਰ ਤਰ੍ਹਾਂ ਦੀ ਉਹਨਾਂ ਦੇ ਸੇਵਾ 'ਚ ਹਮੇਸ਼ਾ ਸਮਰਪਿਤ ਰਹੇ ਹਾਂ। ਦੂਜੇ ਪਾਸੇ ਜਿਹੜੇ ਤੁਸੀਂ ਦਲਿਤਾਂ ਦੀ ਗੱਲ ਕੀਤੀ ਹੈ, ਜਦੋਂ ਇਹ ਘੁਟਾਲਾ ਸਕਾਲਰਸ਼ਿਪ ਦਾ ਆਇਆ ਸੀ, ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਜੁੜੇ ਹਾਂ। ਅਸੀਂ ਆਪਣੀ ਗੱਲ ਕਰਦੇ ਰਹੇ ਹਾਂ। ਮਸਲਾ ਉਦੋਂ ਇਹਨਾਂ ਨੂੰ ਜ਼ਿਆਦਾ ਸਰਕਾਰ ਨੂੰ ਆਪਣੇ ਹੱਥਾਂ ਪੈਰਾਂ ਦੀਆਂ ਪਈਆਂ ਜਦੋਂ ਅਸੀਂ ਜਲਾਲਾਬਾਦ ਦੇ ਪਿੰਡ ਚੱਕ ਜਾਨੀ ਸਰ ਗਏ ਉਸ ਵਿਅਕਤੀ ਨੂੰ ਮਿਲਣ, ਜਿਸ ਵਿਅਕਤੀ ਦੀਆਂ ਖਬਰਾਂ ਤੁਹਾਡੇ ਚੈਨਲਾਂ ਦੇ ਮਾਧਿਅਮ ਦੇ ਨਾਲ, ਮੀਡੀਆ ਦੇ ਮਾਧਿਅਮ ਦੇ ਨਾਲ ਸਾਡੇ ਸਾਰਿਆਂ ਤੱਕ, ਪੂਰੇ ਪੰਜਾਬ ਵਾਸੀਆਂ ਨੂੰ ਪਹੁੰਚੀਆਂ ਕਿ ਇੱਕ ਦਲਿਤ ਵਿਅਕਤੀ ਨੂੰ ਕੁੱਟਿਆ ਗਿਆ ਔਰ ਉਹਨੂੰ ਪਿਸ਼ਾਬ ਵੀ ਪਿਲਾਇਆ ਗਿਆ। ਔਰ ਉਹਦੇ ਤੇ ਮੈਂ ਬਕਾਇਦਾ ਪ੍ਰਸ਼ਾਸਨ ਨੂੰ ਇਹ ਕਹਿ ਕੇ ਗਿਆ ਕਿ ਮੈਂ ਉਸ ਵਿਅਕਤੀ ਨੂੰ ਮਿਲਣਾ ਚਾਹੁੰਦਾ, ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਆ ਜਾਓ। ਔਰ ਮੈਂ ਇਕੱਲਾ ਗਿਆ ਸੀ ਉਸ ਪਰਿਵਾਰ ਨੂੰ ਮਿਲਣ ਲਈ ਔਰ ਉਸ ਕੇਸ ਦੀ ਹਕੀਕਤ ਨੂੰ ਜਾਣਨ ਦੇ ਲਈ। ਪਰ ਜਦੋਂ ਮੈਂ ਉੱਥੇ ਗਿਆ ਤਾਂ ਮੈਨੂੰ ਜਾਣ ਹੀ ਨਹੀਂ ਦਿੱਤਾ ਜਾਂਦਾ। ਮੇਰਾ ਰਾਸਤਾ ਕੋਈ
ਰੋਕਣ ਵਾਲਾ ਹੋਰ ਕੋਈ ਨਹੀਂ ਸੀ। ਮੈਂ ਇੱਥੋਂ ਹੁਸ਼ਿਆਰਪੁਰ ਤੋਂ ਲੈ ਕੇ ਮੁਕਤਸਰ ਤੱਕ ਜਾਣਾ ਔਰ ਮੈਨੂੰ ਕੋਈ ਨਹੀਂ ਰੋਕਦਾ, ਤੇ ਮੈਂ 10 ਮਿੰਟ ਜਦੋਂ ਸਰਕਿਟ ਹਾਊਸ 'ਚ ਰੁਕਦਾ ਔਰ ਉਹਨਾਂ ਨੂੰ ਕਹਿਣਾ ਕਿ ਮੈਂ ਹੁਣ ਜਾਣਾ ਹੈ ਉੱਧਰ, ਤੇ ਮੇਰੇ ਨਾਲ ਇੰਨੀ ਕੁ ਫੋਰਸ ਵੀ ਲਾ ਦਿੱਤੀ ਜਾਂਦੀ ਹੈ, ਤੇ ਉੱਥੇ ਸਾਰਿਆਂ ਨੂੰ ਰਾਸਤੇ 'ਚ ਮੈਨੂੰ ਇੱਕ ਜਗ੍ਹਾ ਤੇ ਇਕੱਲਾ ਹੀ ਖੜਾ ਕਰਕੇ ਰੱਖਿਆ ਜਾਂਦਾ 5-7 ਮਿੰਟ, ਤੇ ਉਹ ਉਸ ਵੇਲੇ ਤੱਕ ਰੋਕਿਆ ਜਾਂਦਾ ਜਦੋਂ ਤੱਕ ਮੋਰੇ ਕੋਈ ਨਾ ਕੋਈ ਜਾਣੀ ਬੰਦੇ ਖੜੇ ਕਰ ਦਈਏ। ਔਰ ਉੱਥੇ ਜਦੋਂ ਫਿਰ ਵੀ ਲੈ ਕੇ ਗਏ ਤੇ ਉੱਥੇ 8-10 ਬੰਦੇ ਸੀ, ਔਰ ਕਿਸਾਨ ਜਿਹੜੇ ਕਾਂਗਰਸ ਦੇ ਯੂਥ ਵਿੰਗ ਦੇ ਵਿਅਕਤੀ ਜਿਹੜੇ ਸੀ ਉੱਥੇ ਸੀਗੇ, ਔਰ ਇਹ ਕਿਹਾ ਗਿਆ ਕਿ ਕਿਸਾਨਾਂ ਨੇ ਰਾਸਤਾ ਰੋਕ ਲਿਆ ਜੀ। ਹਕੀਕਤ 'ਚ ਕਿਸਾਨਾਂ ਨੇ ਰਾਸਤਾ ਨਹੀਂ ਸੀ ਰੋਕਿਆ। ਜੇ ਮੇਰਾ ਹੁਸ਼ਿਆਰਪੁਰ ਤੋਂ ਲੈ ਕੇ ਮੁਕਤਸਰ ਤੱਕ ਕਿਸੇ ਨੇ ਰਾਸਤਾ ਨਹੀਂ ਰੋਕਿਆ ਤਾਂ ਮਤਲਬ ਕਿਸਾਨਾਂ ਦੇ ਲਈ ਮੈਂ ਉਹ ਪ੍ਰੋਬਲਮ ਨਹੀਂ ਸੀ, ਪ੍ਰੋਬਲਮ ਸਰਕਾਰ ਨੂੰ ਸੀ। ਔਰ ਮੈਨੂੰ ਉਸ ਪਿੰਡ ਤੱਕ ਹੀ ਨਹੀਂ ਜਾਣ ਦਿੱਤਾ ਜਾਂਦਾ ਜਿੱਥੇ ਪੀੜਤ ਪਰਿਵਾਰ ਨੂੰ ਮਿਲਣ ਜਾਣਾ ਹੈ। ਹੁਣ ਉਹ ਮੈਨੂੰ ਕਹਿ ਰਿਹਾ ਕਿ ਤੁਸੀਂ ਦਲਿਤਾਂ ਦੇ ਉੱਤੇ ਰਾਜਨੀਤੀ ਕਰ ਰਹੇ ਹੋ। ਤੁਸੀਂ ਦਲਿਤ ਬੇਸਿਕ ਮੁੱਦਾ ਹੈ ਵੀ ਆਰੋਪ ਇਹ ਲੱਗ ਰਿਹਾ ਵੀ ਵਿਜੇ ਸੰਪਲਾ ਜਾਂ ਭਾਰਤੀ ਜਨਤਾ ਪਾਰਟੀ ਦਲਿਤ ਕਾਰਡ ਖੇਲ ਰਹੀ ਹੈ, ਜਦੋਂ ਕਿ ਕਿਸਾਨਾਂ ਦੇ ਮੁੱਦਿਆਂ ਤੇ ਜਵਾਬ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ ਲੋਕਲ ਲੀਡਰਾਂ ਕੋਲ, ਉਹ ਦਲਿਤ ਕਾਰਡ ਖੇਲ ਰਹੇ ਨੇ। ਐਸਾ ਨਹੀਂ ਹੈ ਕਿ ਜਵਾਬ ਨਹੀਂ ਹੈ, ਹਰ ਚੀਜ਼ ਦਾ ਜਵਾਬ ਹੁੰਦਾ ਆ, ਪਰ ਮੈਂ ਜਦੋਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੈਂ ਦਲਿਤ ਸਮਾਜ ਦੇ ਵਿੱਚ ਪੈਦਾ ਹੋਇਆ, ਅਗਰ ਮੇਰੇ ਨਾਲ ਕੋਈ ਗੱਲ ਕਰਦਾ ਹੈ ਔਰ ਫਿਰ ਜਦੋਂ ਪੰਜਾਬ ਦੇ ਵਿੱਚ ਇੱਕ ਭਖਿਆ ਮਸਲਾ ਹੋਵੇ ਕਿ ਦਲਿਤ ਸਮਾਜ ਦੇ ਵਿਅਕਤੀ ਨੂੰ ਔਰ ਮੀਡੀਆ ਦੇ ਵਿੱਚ ਬਹੁਤ ਵੱਡਾ ਇਸ਼ੂ ਬਣਿਆ ਹੋਵੇ, ਤੇ ਮੇਰਾ ਕਰਤੱਵ ਬਣਦਾ ਕਿ ਉਸ ਪੀੜਤ ਪਰਿਵਾਰ ਨੂੰ ਮਿਲਣਾ ਹੈ। ਔਰ ਮੈਂ ਜੇਕਰ ਉੱਥੇ ਰਾਜਨੀਤੀ ਕਰਨ ਜਾਂਦਾ ਤਾਂ ਫਿਰ ਤਾਂ ਮੈਂ ਬਹੁਤ ਵੱਡਾ ਤਾਮਝਾਮ ਲੈ ਕੇ ਜਾਂਦਾ, ਮੈਂ ਇਕੱਲਾ ਗਿਆ। ਔਰ ਨਹੀਂ, ਪਰ ਤੁਹਾਨੂੰ ਇਹ ਤਾਂ ਪਤਾ ਹੀ ਨਾ ਪੰਜਾਬ ਦੇ ਵਿੱਚ ਮਾਹੌਲ ਕੀ ਹੈ। ਪੰਜਾਬ ਦੇ ਵਿੱਚ ਉਹ ਮਾਹੌਲ ਹੈ, ਇਹ ਤੁਸੀਂ ਉਸ ਵਕਤ ਆਪਣਾ ਇਹ ਸਾਰਾ ਪਲਾਨ ਉਲੀਕਦੇ ਹੋ ਜਦੋਂ ਕਿ ਬੀਜੇਪੀ ਦੇ ਲੀਡਰਾਂ ਦੇ ਘਰਾਂ ਦੇ ਬਾਹਰ ਤਾਂ ਧਰਨੇ ਲੱਗ ਰਹੇ ਸੀ, ਕਿਸਾਨ ਵੀ ਲਾ ਰਹੇ ਸਨ, ਭਾਰਤੀ ਕਿਸਾਨ ਯੂਨੀਅਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਉਹਨਾਂ ਦੇ ਮਿਨਿਸਟਰਾਂ ਦੇ ਘਰਾਂ ਦੇ ਬਾਹਰ ਧਰਨੇ ਲਾਏ ਸੀ। ਉਸ ਹਾਲਾਤ ਦੇ ਵਿੱਚ ਤੁਸੀਂ ਇਹ ਸੋਚ ਰਹੇ ਹੋ, ਤੁਹਾਨੂੰ ਕੀ ਲੱਗਦਾ ਵੀ ਸੜਕਾਂ ਦੇ ਉੱਤੇ ਗਤੀਰੋਧ ਨਹੀਂ ਹੋਏਗਾ, ਬੀਜੇਪੀ ਦੇ ਲੀਡਰਾਂ ਦੀ ਮੁਖਾਲਫਤ ਨਹੀਂ ਹੋਏਗੀ? ਮੇਰਾ ਕਿਤੇ ਕੋਈ ਗਤੀਰੋਧ ਨਹੀਂ ਹੋਇਆ। ਮੇਰਾ ਦੂਸਰਾ ਧਰਨਾ ਪ੍ਰਦਰਸ਼ਨ ਲੋਕਤੰਤਰ ਦਾ ਹਿੱਸਾ ਆ ਔਰ ਰੋਜ਼ਾਨਾ ਹਰ ਸਰਕਾਰ ਦੇ ਅਗੇਂਸਟ ਹੁੰਦਾ। ਕਾਂਗਰਸ ਦੇ ਸਰਕਾਰ ਤੁਸੀਂ ਦੇਖੋ ਰੋਜ਼ਾਨਾ ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਧਰਨਾ ਲੱਗਾ ਹੁੰਦਾ, ਔਰ ਮੇਰੇ ਪੁਤਲੇ ਵੀ ਫੂਕੇ ਜਾਂਦੇ, ਜਿੰਦਾਬਾਦ ਮੁਰਦਾਬਾਦ ਵੀ ਹੁੰਦੀ ਹੈ। ਲੋਕਤੰਤਰ ਦਾ ਹਿੱਸਾ ਆ, ਇਹਦੇ 'ਚ ਕੋਈ ਚਿੰਤਾ ਨਹੀਂ। ਮੈਂ ਇੱਥੋਂ ਜਾਣਾ, ਮੈਨੂੰ ਕੋਈ ਪ੍ਰੋਬਲਮ ਨਹੀਂ, ਔਰ ਮੈਂ ਇਕੱਲਾ ਜਾਣਾ ਪਰਿਵਾਰ ਦੇ ਵਿੱਚ ਮਿਲਣ ਲਈ, ਔਰ ਬਿਲਕੁਲ ਥੋੜੀ ਦੂਰ ਜਾ ਕੇ ਮੈਨੂੰ ਉੱਥੇ ਜਾਣੀ ਇੱਕ ષਡਯੰਤਰ ਦੇ ਰੂਪ 'ਚ ਕਿਹਨੇ ષਡਯੰਤਰ ਕੀਤਾ? ਤੁਸੀਂ ਯੂਥ ਕਾਂਗਰਸ ਤੇ ਇਲਜ਼ਾਮ ਲਗਾ ਰਹੇ ਹੋ, ਤੁਸੀਂ ਕਹਿ ਰਹੇ ਹੋ ਵੀ ਜਿੰਨਾ ਵੀ ਪੰਜਾਬ ਦੀ ਸੜਕਾਂ ਤੇ ਕਿਸਾਨ ਇਕੱਠਾ ਹੋਇਆ ਹੈ ਤਾਂ ਬੁਲਾਇਆ ਗਿਆ, ਉੱਥੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਉੱਥੇ ਮੋਹਰੇ ਖੜੇ ਹੋਵੋ, ਪਰ ਕਰਾਉਣ ਵਾਲੀ ਤਾਂ ਸਰਕਾਰ ਸੀ। ਪੁਲਿਸ ਦੇ ਨਾਲ ਮੇਰੇ ਨਾਲ ਅਗਰ ਜੇ 40-45 ਬੰਦੇ ਹੁੰਦੇ ਆ ਤੇ ਮੋਹਰੇ 12-13 ਬੰਦੇ ਮੇਰਾ ਰਾਸਤਾ ਰੋਕ ਲੈਂਦੇ ਆ, ਔਰ ਜਿਹੜੀ 40-50 ਬੰਦੇ ਜਿਹੜੇ ਸਿਕਿਉਰਿਟੀ 'ਚ ਲੱਗੇ ਆਪਣੇ ਆਪ ਨੂੰ ਹਸਾਏ ਮੰਨਦੇ ਆ, ਤੇ ਇਹਦਾ ਮਤਲਬ ષਡਯੰਤਰ ਦੇ ਹਿੱਸੇ 'ਚ ਸੀਗੇ ਉਹ ਸਾਰੇ ਹੀ, ਔਰ ਮੇਰਾ ਰਾਸਤਾ ਰੋਕਣ ਲਈ ਸੀ। ਔਰ ਉਹਨਾਂ ਨੇ ਮੈਨੂੰ ਬੇਸਿਕਲੀ ਇੱਕ ਤਰੀਕੇ ਨਾਲ ਟੌਰਚਰ ਕਰਨ ਦੀ ਕੋਸ਼ਿਸ਼ ਕੀਤੀ ਜੀ, ਤੁਸੀਂ ਅੱਗੇ ਵੀ ਨਹੀਂ ਜਾ ਸਕਦੇ, ਹੁਣ ਪਿੱਛੇ ਵੀ ਨਹੀਂ, ਆਪਾਂ ਕੀ ਕਰੀਏ, ਤੁਹਾਨੂੰ ਕਰ ਲਈਏ ਜੀ, ਜਾ ਇੱਧਰ ਨੂੰ ਆਪਾਂ ਨਿਕਲ ਜਾਈਏ। ਯਾਨੀ ਇਹ ਕੀਤਾ ਕਿ ਅਗਰ ਆਪਾਂ ਚੋਰੀ ਛੁਪੇ ਨਿਕਲ ਜਾਈਏ ਔਰ ਇਹ ਦੱਸੀਏ ਕਿ ਬੀਜੇਪੀ ਵਾਲੇ ਅਸੀਂ ਦੜਾ ਦਿੱਤੇ। ਪਰ ਮੈਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਦਲਿਤ ਦੇ ਨੂੰ ਮਿਲਣਾ ਹੈ, ਮਿਲ ਕੇ ਜਾਣਾ ਆ, ਔਰ ਅਸੀਂ ਅਖੀਰ ਤੇ ਉੱਥੇ ਸਾਨੂੰ ਬਹਿਣਾ ਪਿਆ ਜਦੋਂ ਅਸੀਂ ਦੇਖਿਆ ਕਿ ਇਹ ਤਾਂ षडयंत्र ਦਾ ਹਿੱਸਾ ਅਸੀਂ ਹੋ ਗਏ ਆ, ਔਰ ਇਹ षडयंत्र ਕਰਨ ਵਾਲਾ ਕੋਈ ਹੋਰ ਨਹੀਂ, ਪ੍ਰਸ਼ਾਸਨ ਜਿਹਨੇ ਬਚਾਉਣਾ ਆ ਉਹੀ ਕਰ ਰਿਹਾ। ਔਰ ਅਸੀਂ ਉੱਥੇ ਬਿਆਨ ਵੀ ਦਿੱਤਾ ਸੀ ਕਿ ਸਾਨੂੰ ਪੂਰੀ ਸ਼ੱਕ ਹੈ ਕਿ ਹੁਣ ਉਸ ਪਰਿਵਾਰ ਦੇ ਨਾਲ ਹੋਰ ਦਬਾਅ ਬਣਾਇਆ ਜਾਏਗਾ, ਉਹਨੂੰ ਬਿਆਨ ਗਲਤ ਕਰਵਾਏ ਜਾਣਗੇ, ਔਰ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਸਾਰੇ ਕੇਸ ਨੂੰ ਤਾੜੋ ਪੀੜਤ ਕਰ। ਉਹੀ ਹੋਇਆ ਦੂਸਰੇ ਦਿਨ 2 ਵਿਅਕਤੀ ਜਿਹੜੇ ਸੀਗੇ ਐਸਸੀ ਦੇ ਵੀ ਨਾਲ ਪਾਤੇ ਤਾਂ ਕਿ ਐਸਸੀ ਐਕਟ ਦਾ ਮੰਨ ਲਓ ਖਤਮ ਹੋ ਜਾਏ। ਦੂਸਰਾ ਜਿਹੜਾ ਸੀ ਉਹਨਾਂ ਨੂੰ ਬਚਾਉਣ ਵਾਲਾ ਪੱਖ ਸੀ, ਉਹਨਾਂ ਦੇ ਉੱਤੇ ਵੀ ਐਸਸੀ ਐਕਟ ਲਗਾ ਦਿੱਤਾ। ਭਾਵ ਉਸ ਸਾਰੇ ਕੇਸ ਨੂੰ ਤਾੜੋ ਪੀੜਤ ਕਰਨ ਦੀ ਕੋਸ਼ਿਸ਼ ਕੀਤੀ, ਔਰ ਸਿੱਟ ਬਣਾਈ ਆਪੇ ਉਹਨਾਂ ਨੂੰ ਸਾਰਿਆਂ ਨੂੰ ਕਲੀਅਰ ਵੀ ਕਰਤਾ, ਜੋ ਪਿਸ਼ਾਬ ਵੀ ਨਹੀਂ ਪੜਾਇਆ ਗਿਆ। ਸੋ ਦੂਸਰਾ ਜੇ ਅਸੀਂ ਅੰਦਰ ਜਾਂਦੇ ਹਾਂ ਖਡੂਰ ਸਾਹਿਬ ਉੱਥੇ ਜਾਂਦੇ ਹਾਂ, ਸਾਨੂੰ ਕਿਸੇ ਕਿਸਾਨਾਂ ਨੇ ਮੇਰਾ ਰਾਸਤਾ ਰੋਕਿਆ, ਮੈਂ ਉਹਨਾਂ ਦੇ ਵਿੱਚ ਬੈਠਾ, ਉਤਰਿਆ, ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ, ਔਰ ਉਹਨਾਂ ਨੂੰ ਕਿਹਾ ਕਿ ਅਸੀਂ ਕਿਸਾਨਾਂ ਦੀ ਆਵਾਜ਼ ਬਣਨ ਨੂੰ ਤਿਆਰ ਹਾਂ, ਅਸੀਂ ਤੁਹਾਡੀ ਜੇ ਅਸੀਂ ਬਾਕੀ ਕੰਮਾਂ ਦੇ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ। ਪੰਜਾਬ ਦੇ ਤੇ ਜੇ ਪੰਜਾਬੀ ਨੂੰ ਜਿੰਦਾ ਰੱਖਣਾ, ਪੰਜਾਬ ਨੂੰ ਸਹੀ ਮਜ਼ਬੂਤ ਕਰਨਾ ਤੇ ਕਿਸਾਨ ਨੂੰ ਮਜ਼ਬੂਤ ਕਰਨਾ ਪਏਗਾ। ਕਿੱਥੇ ਖੜੇ ਔਰ ਬੀਜੇਪੀ ਲੀਡਰਸ਼ਿਪ ਕਿੱਥੇ ਖੜੀ ਹੈ? ਮੈਂ ਇਹ ਤਾਂ ਕਹਿ ਰਿਹਾ ਨਾ, ਐਡਾ ਵੱਡਾ ਡਿਸਕਨੈਕਟ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ। ਜੇ ਰਾਵਣ ਦੀ ਥਾਂ ਨਰਿੰਦਰ ਮੋਦੀ ਦੇ ਪੁਤਲੇ ਪੰਜਾਬ 'ਚ ਫੁੱਕ ਜਨਤਾ, ਇਹਦਾ ਮਤਲਬ ਆਪਾਂ ਕੀ ਮੰਨੀਏ ਵੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਫੇਲ ਹੋਈ ਹੈ? ਇੱਥੋਂ ਦੀ ਗੱਲਬਾਤ ਕੇਂਦਰ ਤੱਕ ਪਹੁੰਚਾਉਣਾ ਜਾਂ ਵਾਈਸ ਵਰਸਾ,
ਤੁਹਾਡੇ ਲੀਡਰ ਇਹ ਦੇਖ ਰਿਹਾ ਵੀ ਅਗਰ ਤੁਹਾਡੇ ਲੀਡਰ ਕੇਂਦਰ ਦੀ ਹਾਂ 'ਚ ਹਾਂ ਮਿਲਾ ਰਹੇ ਨੇ, ਗਰਾਊਂਡ ਦੇ ਸੈਂਟੀਮੈਂਟ ਦਾ ਉਹਨਾਂ ਨੂੰ ਬਿਲਕੁਲ ਅੰਦਾਜ਼ਾ ਨਹੀਂ। ਮੇਰੀ ਅਗਰ ਗੱਲ ਪੂਰੀ ਹੋ ਜਾਂਦੀ ਤਾਂ ਸ਼ਾਇਦ ਆ ਜਾਂਦਾ ਕਿ ਮੇਰਾ ਉਸ ਜਗ੍ਹਾ ਤੇ ਜਿੱਥੇ ਕਿਸਾਨਾਂ ਨੇ ਰਾਸਤਾ ਰੋਕਿਆ, ਕਿਸਾਨਾਂ ਨੇ ਕਿਹਾ ਕਿ ਸਾਡੀ ਕਿਸਾਨ ਯੂਨੀਅਨ ਦਾ ਕੋਈ ਵੀ ਵਿਅਕਤੀ ਵਿਜੇ ਸਾਂਪਲਾ ਦਾ ਰਾਸਤਾ ਨਹੀਂ ਰੋਕੇਗਾ, ਇਹਨਾਂ ਨੂੰ ਜਾਣ ਦਿਓ। ਉਹਨਾਂ ਨੇ ਜਦੋਂ ਮੈਂ ਬੈਠ ਕੇ ਗੱਲਬਾਤ ਕੀਤੀ, ਉਹ ਮੇਰੇ ਨਾਲ ਸਹਿਮਤ ਵੀ ਹੋਏ ਔਰ ਉਹਨਾਂ ਨੇ ਮੈਨੂੰ ਜਾਣ ਦਿੱਤਾ। ਪਰ ਜਿਹੜੇ ਦੂਸਰੇ ਅਨਸਰ ਸੀਗੇ ਜਿਨ੍ਹਾਂ ਨੂੰ ਭੇਜਿਆ ਗਿਆ ਸੀ, ਜਿਹੜੇ ਕਹਿੰਦੇ ਸੀ ਅਸੀਂ ਆਏ ਕਿਸੇ ਹੋਰ ਕੰਮ ਨਹੀਂ ਆ, ਪਾਪ ਮੈਨ ਹੈਂਡਲਿੰਗ ਕਰਨ ਲਈ ਆਏ ਸੀ, ਪਰ ਉਹ ਮੈਨੂੰ ਫੇਰ ਨਹੀਂ ਜਾਣ ਦਿੱਤਾ ਗਿਆ, ਉਹਨਾਂ ਵੱਲੋਂ ਰੋਕਿਆ ਗਿਆ। ਔਰ ਜਿਹੜੇ ਬਾਕੀ ਦੇ ਜਿੱਥੇ ਵੀ ਅਸੀਂ ਜਾਣੀ, ਜੇ ਯਾਤਰਾ ਕੱਢਦੇ ਆ ਤਾਂ ਰੋਕਦੇ ਆ। ਹੁਣ ਉਹ ਕੀ ਯਾਤਰਾ ਕੱਢਣ ਦਾ ਕੀ ਲੌਜਿਕ ਸੀ? ਤੁਸੀਂ ਆਪਣੀ ਕੀ ਦਿਖਾਣਾ ਕੀ ਚਾਹ ਰਹੇ ਹੋ? ਜੇ ਤੁਸੀਂ ਐਸੀ ਯਾਤਰਾ ਕੱਢਦੇ ਹੋ ਤਾਂ ਤੁਸੀਂ ਇਸ ਮੌਕੇ ਤੋਂ, ਤੁਹਾਨੂੰ ਮੌਕੇ ਦਾ ਪਤਾ ਹੈ, ਕਰੋਨਾ ਦਾ ਮਾਹੌਲ ਦਾ ਪਤਾ ਹੈ, ਸਾਨੂੰ ਪਤਾ, ਕਿਸਾਨਾਂ ਦੇ ਮੁੱਦੇ ਦਾ ਸਾਨੂੰ ਪਤਾ, ਉਸ ਹਾਲਾਤ ਦੇ ਵਿੱਚ ਤੁਸੀਂ ਕਹਿੰਦੇ ਹੋ ਅਸੀਂ ਕਿ ਯਾਤਰਾ ਕੱਢਣੀ ਹੈ। ਹੁਣ ਯਾਤਰਾ ਕੱਢਣੀ ਕਿੰਨੀ ਕੁ, ਤੁਹਾਡੇ ਕੋਲ ਕੇਂਦਰ ਸਰਕਾਰ ਹੈ, ਤੁਸੀਂ ਹਰ ਕੰਮ ਕਰ ਸਕਦੇ ਹੋ, ਹਰ ਕੰਮ ਕਰ ਸਕਦੇ ਹੋ। ਤੁਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਵੀ ਜ਼ਿਕਰ ਆਇਆ ਸੀ ਵਿੱਚ, ਉਹਦੀ ਗੱਲ ਕਰ ਰਹੇ ਹਾਂ ਕਿ ਤੁਸੀਂ ਕਹਿੰਦੇ ਯਾਤਰਾ ਕਿਉਂ, ਕਿਉਂਕਿ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਵੀ ਗੱਲ ਕਰ ਰਹੇ, ਯਾਤਰਾ ਕੱਢਣ ਦਾ ਵਿਸ਼ਾ ਕੀ ਸੀ? 8.5 ਲੱਖ ਪਰਿਵਾਰ ਇਹਦੇ ਤੇ ਪ੍ਰਭਾਵਿਤ ਹੈ। 5 ਲੱਖ ਬੰਦਾ ਉਹ ਆ ਕਿ ਜਿਨ੍ਹਾਂ ਨੇ ਪਾਸ ਆਊਟ ਹੋ ਚੁੱਕੇ, ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ, ਔਰ 3.5 ਲੱਖ ਬੱਚਾ ਹੈ ਉਹ ਆ ਜਿਨ੍ਹਾਂ ਨੂੰ ਅਗਾਂਹ ਐਡਮਿਸ਼ਨ ਨਹੀਂ ਦੇਣੀ, ਕਿਉਂਕਿ ਜਿਹੜੀ ਉਹਨਾਂ ਦੀ ਪ੍ਰਾਈਵੇਟ ਇੰਸਟੀਟਿਊਸ਼ਨ ਦੀ ਯੂਨੀਅਨ ਹੈ ਜੈਕ, ਉਹਨਾਂ ਨੇ ਜਿਹੜੇ 1650 ਸਕੂਲ ਕਾਲਜ ਚਲਾਉਂਦੇ, ਮੇਨ ਤਾਂ ਪੰਜਾਬ ਦੇ ਵਿੱਚ ਸਰਕਾਰੀ ਸਕੂਲ ਤਾਂ ਕਾਲਜ ਤਾਂ ਹੈ ਹੀ ਨਹੀਂ, ਉਹਨਾਂ ਨੇ ਬਕਾਇਦਾ ਕਹਿ ਦਿੱਤਾ ਕਿ ਅਸੀਂ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਦੇਵਾਂਗੇ ਜਿੰਨਾ ਚਿਰ ਸਾਡੇ ਪੈਸੇ ਨਹੀਂ ਦਿੰਦੇ। ਔਰ ਉਹ ਜਿਹੜੀ ਦੀਵਾਰ ਖੜੀ ਕੀਤੀ ਵਿੱਚ ਇੰਸਟੀਟਿਊਸ਼ਨ ਔਰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਵਿੱਚ, ਉਹ ਖੜੀ ਕਰਨ ਵਾਲੀ ਪੰਜਾਬ ਸਰਕਾਰ ਹੈ। ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਤੁਸੀਂ ਤਾਂ ਕੇਂਦਰ ਸਰਕਾਰ ਨੇ ਬਿਲਕੁਲ ਨਹੀਂ, ਪੋਸਟ ਮੈਟ੍ਰਿਕ ਸਕਾਲਰਸ਼ਿਪ ਕੇਂਦਰ ਸਰਕਾਰ ਨੇ ਬੰਦ ਕੀਤੀ। ਗੱਲ ਕਲੀਅਰ ਕਰਦਾ, ਕਿਤੇ ਸਵਾਲ ਵੀ ਲੈ ਲਓ ਨਾ, ਜਿਹੜਾ ਕਹਿੰਦਾ ਬੰਦ ਕੀਤੀ ਉਹ ਝੂਠ ਬੋਲਦਾ। ਪੰਜਾਬ ਸਰਕਾਰ ਨੂੰ ਫਿਰ ਖੁਦ ਕਿਉਂ ਲੋੜ ਪਈ ਹੈ ਇੱਕ ਸਕਾਲਰਸ਼ਿਪ ਯੋਜਨਾ ਸ਼ੁਰੂ ਕਰਨ ਦੀ? ਮੈਂ ਪਹਿਲਾਂ ਮੇਰੀ ਗੱਲ ਪੂਰੀ ਨਹੀਂ ਸੀ ਹੋਈ। ਜਿਹੜਾ ਕਹਿ ਰਿਹਾ ਸਕਾਲਰਸ਼ਿਪ ਬੰਦ ਕਰਤੀ, ਉਹ ਝੂਠ ਬੋਲਦਾ, ਚਾਹੇ ਉਹ ਕੈਪਟਨ ਅਮਰਿੰਦਰ ਆ ਤਾਂ ਉਹ ਵੀ ਝੂਠ ਬੋਲਦਾ। ਉਹਨਾਂ ਨੇ ਨਵੀਂ ਸਕਾਲਰਸ਼ਿਪ ਦਾ ਵਿਧੀਵਤ ਉਦਘਾਟਨ ਕੀਤਾ, ਇਹਦਾ ਕੀ ਮਤਲਬ ਲਾਉਂਗੇ ਆਪਾਂ? ਮੈਂ ਪਹਿਲਾਂ ਬਾਅਦ ਚ ਆਉਣਾ, ਪਹਿਲਾਂ ਜਿਹੜਾ ਮੈਂ ਪ੍ਰਭਾਵ, ਕਿਉਂਕਿ ਪੈਸੇ ਜਿਹੜੇ ਦਿੱਤੇ ਗਏ ਹਲੇ ਤੱਕ ਵੰਡੇ ਨਹੀਂ, ਜਿਹਦੇ ਕਰਕੇ ਅੱਜ ਵੀ ਪੈਸੇ ਜਿਹੜੇ 350 ਕਰੋੜ ਰੁਪਏ ਪੰਜਾਬ ਸਰਕਾਰ ਦੇ ਕੋਲ ਕੇਂਦਰ ਸਰਕਾਰ ਦਾ ਪਿਆ ਆ, ਜਿਹੜਾ ਨਹੀਂ ਵੰਡਿਆ ਜਾ ਰਿਹਾ, ਜਿਹਦੇ ਕਰਕੇ ਐਡਮਿਸ਼ਨ ਨਹੀਂ ਦਿੱਤੀ ਜਾ ਰਹੀ। ਦੋਸ਼ੀ ਕੌਣ? ਪੰਜਾਬ ਸਰਕਾਰ ਦੋਸ਼ੀ ਹੈ। ਕਿਸ ਚੀਜ਼ ਦੀ ਦੋਸ਼ੀ ਹੈ ਦੱਸੋ? ਨਾ ਵੰਡਣ ਦੀ, ਜਿਹੜੇ ਪੈਸੇ ਉਹਨਾਂ ਦੇ ਬੱਚਿਆਂ ਦੇ, ਜਿਹੜੇ ਪੈਸੇ ਕੇਂਦਰ ਸਰਕਾਰ ਨੇ ਭੇਜੇ ਆ, ਉਹ ਹੱਲੇ ਤੱਕ ਕਾਲਜਾਂ ਨੂੰ ਨਹੀਂ ਦਿੱਤੇ ਗਏ। ਉਹਦਾ ਇੱਕ ਪ੍ਰੋਸੀਜਰ ਹੋਏਗਾ, ਪ੍ਰਕਿਰਿਆ ਹੋਏਗੀ ਨਾ, ਪ੍ਰਕਿਰਿਆ ਦੇ ਤਹਿਤ ਆਲਰੇਡੀ ਐਡੇ ਰੌਲੇ ਪੈ ਗਏ ਨੇ, ਘੁਟਾਲਿਆਂ ਦੀ ਗੱਲਬਾਤ ਆ ਗਈ, ਜਾਂਚ ਹੋ ਗਈ। ਕਾਲਜ ਮੰਗਣ ਡਏ, ਉਹਨਾਂ ਨੂੰ ਦਿੱਤੇ ਨਹੀਂ ਜਾ ਰਹੇ। ਜਿਹੜੇ ਫਰਜ਼ੀ, ਜਿਨ੍ਹਾਂ ਦਾ ਕਾਲਜ ਨਾਂ ਦਾ ਕੋਈ ਨਹੀਂ, ਉਹਨਾਂ ਨੂੰ ਪੈਸੇ ਦੇ ਦਿੱਤੇ ਗਏ, ਘੁਟਾਲਾ ਕਰਤਾ ਗਿਆ। ਔਰ ਡਕਾਰ ਕੌਣ ਰਿਹਾ? ਧਰਮਸੋਧ। ਔਰ ਕਲੀਨ ਚਿੱਟ ਕੌਣ ਦੇ ਰਿਹਾ? ਕੈਪਟਨ ਅਮਰਿੰਦਰ ਸਿੰਘ। ਤੁਸੀਂ ਅਫੀਸ਼ੀਅਲ ਪੋਜੀਸ਼ਨ ਕੀ ਹੈ ਤੁਹਾਡੀ? ਕੇਂਦਰ ਸਰਕਾਰ ਨੇ ਵੀ 2 ਮੈਂਬਰੀ ਕਮੇਟੀ ਬਣਾਈ ਸੀ, ਅੱਜ ਤੱਕ ਮਹੀਨੇ ਹੋ ਗਏ, 2 ਮਹੀਨਿਆਂ 'ਚ ਕੇਂਦਰ ਸਰਕਾਰ ਨੇ ਲੱਭ ਲਿਆ ਵੀ ਉਹਨਾਂ ਦੀ ਜਿਹੜੀ ਸੈਂਟਰਲ ਸਕੀਮ ਸੀ ਉਹਦੇ ਵਿੱਚ ਪੰਜਾਬ 'ਚ ਕੀ ਘਪਲਾ ਹੋਇਆ। ਹੁਣ ਪੋਲੀਟੀਕਲ ਲੈਵਲ ਤੇ ਮੰਚਾਂ ਤੇ ਆਪਾਂ ਰੌਲਾ ਪਾਈ ਜੇ ਘਪਲਾ ਹੋਇਆ, ਲੇਕਿਨ ਕੇਂਦਰ ਸਰਕਾਰ ਦੀ ਫੈਕਟ ਫਾਈਂਡਿੰਗ ਕਮੇਟੀ ਨੇ ਕੀ ਲੱਭਿਆ ਅਜੇ ਤੱਕ? ਕੇਂਦਰ ਸਰਕਾਰ ਪੰਜਾਬ ਨੇ ਤਾਂ ਦੇਤੀ ਕਲੀਨ ਚਿੱਟ। ਹੁਣ ਸੁਣ ਲਓ, ਕੇਂਦਰ ਸਰਕਾਰ ਦੀ ਟੀਮ ਜਿਹੜੀ ਭੇਜੇ ਆ, ਉਹਨਾਂ ਨੇ 2-3 ਮੈਂਬਰੀ ਜਿਹੜੀ ਕਮੇਟੀ ਬਣਾਈ ਆ, ਉਹ 3 ਵਾਰੀ ਇੱਥੇ ਆ ਚੁੱਕੀ ਆ। ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਕੋਈ ਪੱਲਾ ਨਹੀਂ ਫੜਾਇਆ। ਉਸ ਤੋਂ ਬਾਅਦ ਕੇਂਦਰ ਦੇ ਮੰਤਰੀ ਨੇ, ਥਾਵਰਚੰਦ ਗਹਿਲੋਤ ਜੀ ਨੇ, ਉਹਨਾਂ ਨੂੰ ਚਿੱਠੀ ਲਿਖੀ ਹੈ ਕਿ ਵੀ ਸਾਨੂੰ ਸਾਡੇ ਜੋ ਤੁਹਾਡੀ ਉਹਦੀ ਰਿਕਾਰਡ ਸੀ ਉਹਦਾ ਸਹਿਯੋਗ ਕਰੋ, ਔਰ ਹਾਲੇ ਤੱਕ ਉਹਦੀ ਰਿਕਾਰਡ ਦੀ ਕੋਈ ਕਾਪੀ ਉਹਨਾਂ ਨੂੰ ਨਹੀਂ ਦਿੱਤੀ ਗਈ। ਔਰ ਇਸ ਬਿਟਵੀਨ ਉਹਨਾਂ ਨੂੰ ਕਲੀਨ ਚਿੱਟ ਦੇ ਕੇ ਆਪੇ ਹੀ ਕਲੀਅਰ ਕਰਤਾ। ਸੋ ਜਿਹੜਾ ਦੋਸ਼ੀ ਜਿਹੜਾ ਆ ਉਹ ਕੌਣ ਹੈ? ਉਹ ਪੰਜਾਬ ਸਰਕਾਰ ਆ, ਕੋਈ ਹੋਰ ਨਹੀਂ ਹੈ। ਪੰਜਾਬ ਸਰਕਾਰ ਤਾਂ ਆਪਣੇ ਨੂੰ ਵਿਚਾਰਾ ਦੱਸ ਰਹੀ ਹੈ। ਪੰਜਾਬ ਸਰਕਾਰ 'ਚ ਮੁਖੀ ਉਹਦਾ ਆ ਕੈਪਟਨ ਅਮਰਿੰਦਰ ਸਿੰਘ ਦੋਸ਼ੀ। ਉਹ ਇਹ ਕਹਿ ਰਹੇ ਨੇ ਵੀ ਤੁਸੀਂ ਕੇਂਦਰ ਸਰਕਾਰ ਨੇ ਸਕਾਲਰਸ਼ਿਪਾਂ ਵੰਡ ਕਰਤੀਆਂ, ਦਲਿਤ ਭਾਈਚਾਰੇ ਨਾਲ, SC ST ਸਟੂਡੈਂਟਸ ਦੇ ਨਾਲ ਸਭ ਤੋਂ ਵੱਡਾ ਧੱਕਾ ਕੇਂਦਰ ਨੇ ਕੀਤਾ ਤੇ ਆਪਣੀ ਯੋਜਨਾ ਉਹਨਾਂ ਨੇ ਲਾਂਚ ਕਰ ਦਿੱਤੀ। ਆਫੀਸ਼ੀਅਲ ਪੋਜੀਸ਼ਨ ਤੁਸੀਂ ਸਮਝਾਓ। ਜੇ ਇਹ ਗੱਲਾਂ ਤਾਂ ਆਫੀਸ਼ੀਅਲ ਹੈ ਨਾ, ਜਿਹੜੀ ਮੈਂ ਗੱਲ ਕਰ ਰਿਹਾ ਆਫੀਸ਼ੀਅਲ ਹੈ, ਰਿਕਾਰਡ ਦੀ ਗੱਲ ਹੈ। ਆਪਣੀ ਉਹਨਾਂ ਨੇ ਯੋਜਨਾ ਸ਼ੁਰੂ ਕੀਤੀ, ਤੁਸੀਂ ਆਪਣੀ ਯੋਜਨਾ ਬੰਦ ਕੀਤੀ, ਕੇਂਦਰ ਨੇ ਨਹੀਂ ਕੀਤੀ। ਮੈਂ ਕਹਿੰਦਾ ਕਿ ਬਿਲਕੁਲ ਨਹੀਂ ਬੰਦ ਕੀਤੀ। ਜਿਹੜਾ ਕਹਿੰਦਾ ਕੇਂਦਰ ਨੇ ਬੰਦ ਕੀਤੀ, ਝੂਠ ਬੋਲਦਾ ਆ। ਔਰ ਇੱਕ ਹੋਰ ਤੁਹਾਨੂੰ ਦੱਸ ਦਿਆਂ, ਕੇਂਦਰ ਦੀ ਯੋਜਨਾ ਕਿਸੇ ਇੱਕ ਸੂਬੇ ਲਈ ਨਹੀਂ ਹੁੰਦੀ, ਪੂਰੇ ਹਿੰਦੁਸਤਾਨ ਦੇ ਲਈ ਹੈ। ਜਾ ਕੇ ਪਤਾ ਕਰੋ, J&K ਜਾ ਕੇ ਪਤਾ ਕਰੋ, ਰਾਜਸਥਾਨ 'ਚ ਜਿੱਥੇ ਇਹਨਾਂ ਦੀ ਸਰਕਾਰ ਹੈ, ਜਾ ਕੇ ਛੱਤੀਸਗੜ੍ਹ 'ਚ ਪਤਾ ਕਰ ਲਓ ਜਿੱਥੇ ਇਹਨਾਂ ਦੀ ਸਰਕਾਰ ਹੈ। ਆਫੀਸ਼ੀਅਲ ਪੋਜੀਸ਼ਨ ਕੀ ਹੈ? ਤੁਸੀਂ ਆਫੀਸ਼ੀਅਲ ਪੋਜੀਸ਼ਨ ਕੇਂਦਰ ਸਰਕਾਰ ਦੀ ਪੈਸਾ ਨਾ ਬੰਦ ਹੋਇਆ, ਬਿਲਕੁਲ ਨਹੀਂ ਹੋਇਆ। ਕੇਂਦਰ ਸਰਕਾਰ ਨੇ ਕੋਈ ਪੈਸਾ ਕਿਸੇ ਦਾ ਬੰਦ ਨਹੀਂ ਕੀਤਾ। ਸਿਰਫ ਇਹਨਾਂ ਦੇ ਘੁਟਾਲਿਆਂ ਕਰਕੇ ਇਹਨਾਂ ਦੇ ਆਪਣੇ ਪੈਰਾਂ 'ਚ ਆਪ ਖੁਆੜੀਆਂ ਮਾਰੀਆਂ ਆ।
ਔਰ ਕੇਂਦਰ ਸਰਕਾਰ ਦਾ ਜਿਹੜਾ ਯੋਜਨਾ ਸੀਗੀ ਉਹ ਯੋਜਨਾ ਸੀ ਕਿ ਜਿਹੜੀ 12 ਦੇ ਵਿੱਚ ਮਨਮੋਹਨ ਸਿੰਘ ਨੇ ਸਰਕਾਰ ਪਾਲਿਸੀ ਲਾਗੂ ਕੀਤੀ ਸੀ। ਇਹ ਜਿਹੜੀ ਪੂਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਯੋਜਨਾ ਸੀ ਇਹ ਮਨਮੋਹਨ ਸਿੰਘ ਹੋਣਾ ਦੇ ਟਾਈਮ ਤੇ 12 ਦੇ ਵਿੱਚ ਲਾਗੂ ਹੋਈ ਸੀ ਔਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਲਾਗੂ ਹੋਈ ਸੀ ਔਰ ਜਿਨ੍ਹਾਂ ਸ਼ਰਤਾਂ ਤੇ ਲਾਗੂ ਹੋਈ ਸੀ ਅੱਜ ਵੀ ਇਨ ਬਿਨ ਉਹਨਾਂ ਸ਼ਰਤਾਂ ਤੇ ਪੂਰੇ ਦੇਸ਼ 'ਚ ਇਹ ਸਕੀਮ ਲਾਗੂ ਆ ਔਰ ਉਹਦੀਆਂ ਸ਼ਰਤਾਂ ਦੇ ਮੁਤਾਬਕ ਹੀ ਸੀ। ਮਨਮੋਹਨ ਸਿੰਘ ਦੀਆਂ, ਸਾਡੀਆਂ ਨਹੀਂ, ਉਹਦੀਆਂ ਸ਼ਰਤਾਂ ਮੁਤਾਬਕ ਸੀ ਕਿ ਜੋ 5 ਸਾਲ ਬਾਅਦ ਭਾਵ 17 ਦੇ ਵਿੱਚ ਜੋ ਸੂਬਿਆਂ ਦੀ ਜਿਹੜੀ ਆ ਡਿਮਾਂਡ ਹੋਏਗੀ ਉਹ 6ਵੇਂ ਸਾਲ ਉਹਦੀ ਕਮੋਡਿਟੀ ਲਾਇਬਿਲਿਟੀ ਦੇ ਰੂਪ 'ਚ ਗਿਣੀ ਜਾਏਗੀ। ਭਾਵ ਉਹਨਾਂ ਜਿਹੜਾ ਖਰਚਾ ਜਿਹੜਾ ਖੁਦ ਕਰਨਗੇ ਦੇਗਾ ਉਸ ਤੋਂ ਬਾਅਦ ਦਾ ਵਾਲਾ ਸੈਂਟਰ ਦੇਗਾ। ਇਨਫਲੇਸ਼ਨ ਦੇ ਨਾਲ ਜਿਹੜਾ ਪੰਜਾਬ 'ਚ ਸਕੀਮ ਨਹੀਂ ਹੈ, ਪੂਰੇ ਹਿੰਦੁਸਤਾਨ 'ਚ ਲਾਗੂ ਆ, ਸਾਰੇ ਹਿੰਦੁਸਤਾਨ 'ਚ ਚੱਲਦੀ ਹੈ, ਇਕੱਲੇ ਇੱਥੇ ਨਹੀਂ ਚੱਲਦੀ। ਇਹਨਾਂ ਨੇ ਜਿਹੜੇ ਘੁਟਾਲੇ ਕਰਕੇ ਇੱਕ ਪਹਾੜ ਦੀ ਵੱਡੀ ਰਕਮ ਖੜੀ ਕਰਤੀ। ਹੁਣ ਇਹ ਕਹਿੰਦੇ ਆ ਕਿ ਸਾਡੀ 5 ਸਾਲ ਬਾਅਦ ਇਹਨਾਂ ਨੇ 800 ਕਰੋੜ ਦੇ ਕਰੀਬ 788 ਕਰੋੜ 800 ਕਰੋੜ ਹੀ ਹੋ ਜਾਂਦਾ। ਇਹਨਾਂ ਨੇ ਉਹ ਆਪਣੀ ਜਿਹੜੀ ਹੈ ਡਿਮਾਂਡ ਉਹ ਰੱਖੀ ਸੀ, ਉਹਦੇ ਹਿਸਾਬ ਨਾਲ ਇਹਨਾਂ ਦੀ ਕਮੋਡਿਟੀ ਲਾਇਬਿਲਿਟੀ ਬਣਦੀ 788 ਕਰੋੜ ਰੁਪਇਆ। ਪਰ ਹਕੀਕਤ 'ਚ ਡਿਮਾਂਡ ਕੀ ਹੈ ਜਿਹੜੀ ਇਹਨਾਂ ਨੇ ਆਪਣੀ ਸਕੀਮ ਜਿਹੜੀ ਫਰਜ਼ ਜਾਂ ਝੂਠਾ ਲਾਂਚ ਕੀਤੀ ਆ ਉਹਦੇ 'ਚ ਇਹਨਾਂ ਨੇ ਕੀ ਕਿਹਾ, ਅਸੀਂ 600 ਕਰੋੜ ਰੁਪਏ ਦਾ ਜਿਹੜਾ ਆ ਇਸ ਸਕੀਮ ਦੇ ਵਿੱਚ ਲਾਗੂ ਕਰਾਂਗੇ, ਜਿਹਦੇ 'ਚ 168 ਕਰੋੜ ਰੁਪਈਆ ਜਿਹੜਾ ਸਰਕਾਰੀ ਸੰਸਥਾਨਾਂ ਨੂੰ ਦੇਵਾਂਗੇ ਔਰ ਬਾਕੀ ਜਿਹੜਾ 432 ਕਰੋੜ ਆ ਪ੍ਰਾਈਵੇਟ ਦੇ ਵਿੱਚ ਹੋਣਗੇ ਔਰ ਉਹਦਾ 60% ਭਾਵ 260 ਕਰੋੜ ਰੁਪਈਆ ਅਸੀਂ ਦੇਵਾਂਗੇ। ਬਾਕੀ ਦਾ ਕੌਣ ਦੇਗਾ ਇਹ ਕਿਤੇ ਕਲੀਅਰ ਨਹੀਂ ਕੀਤਾ। ਸੋ ਨਾਲ ਕੀ ਕਿਹਾ ਇਹ ਸਕੀਮ ਕਦੋਂ ਲਾਗੂ ਹੋਏਗੀ 21-22 ਨੂੰ ਤੇ ਫਿਰ 18-19 20-21 ਜਿਹੜੀ ਉਹ ਬਾਕੀ ਦੇ 3 ਸਾਲ ਉਹ ਕੌਣ ਦੇਗਾ ਔਰ ਜਦੋਂ 22 ਚ ਜਾਏਗਾ ਜਦ ਤੱਕ ਸਰਕਾਰ ਦਾ ਸੂਪੜਾ ਸਾਫ਼ ਹੋ ਜਾਏਗਾ ਇਹ ਉਹਨਾਂ ਨੂੰ ਪਤਾ ਕਿ ਸਰਕਾਰ ਆਣੀ ਨਹੀਂ ਜਿਹੜੀ ਆਏਗੀ ਉਹ ਸਾਂਭੇਗੀ। ਸੋ ਇਹ ਇੱਕ ਜਿਹੜਾ ਗੱਲਾਂ ਦੀ ਗੱਲ ਹੈ ਤੁਹਾਡੀ। ਦੂਸਰੀ ਗੱਲ ਸਾਹਮਣੇ ਮੁੱਦਾ ਹੈ ਤੁਸੀਂ ਇਹਨੂੰ ਬਾਰ-ਬਾਰ ਘੁਟਾਲਾ ਕਹਿ ਰਹੇ ਨੇ, ਸਾਰੇ ਕਹਿ ਰਹੇ ਨੇ ਘੁਟਾਲਾ ਕਲੀਨ ਚਿੱਟ ਹੋ ਗਈ, ਤੁਸੀਂ ਅੱਜ ਵੀ ਕਹਿੰਦੇ ਘੁਟਾਲਾ। ਜੇ ਐਡਾ ਵੱਡਾ ਘੁਟਾਲਾ ਹੁੰਦਾ ਹੈ ਕੇਂਦਰ ਦੀ ਸਕੀਮ ਦੇ ਵਿੱਚ ਹੁੰਦਾ ਹੈ ਤਾਂ ਪ੍ਰੋਬਲਮ ਕੀ ਤੁਹਾਡੀ ਕੇਂਦਰ ਸਰਕਾਰ ਜਾਂਚ ਚ ਸੀਬੀਆਈ ਨੂੰ ਦਵੇ ਤੇ ਕਰਵਾ ਲੇ। ਦੇਣਾ ਤਾਂ ਅਫਸਰਾਂ ਨੇ ਨਾ, ਅਫਸਰਾਂ ਦੇ ਕੋਲ ਟੀਮ ਆ ਗਈ, ਉਹਨਾਂ ਨੂੰ ਹਿਸਾਬ ਨਹੀਂ ਦਿੱਤਾ। ਤੁਸੀਂ ਮੇਰਾ ਉਹ ਇਸ਼ੂ ਜਿਹੜਾ ਵਿੱਚ ਸਵਾਲ ਅਲੱਗ ਕਰਕੇ ਚੇਂਜ ਕਰਤਾ ਕਿ ਮੈਂ ਕਹਿ ਰਿਹਾ ਸੀ ਕਿ ਜੇ ਇਹਨਾਂ ਦੀ ਇਮਾਨਦਾਰੀ ਨਾਲ ਹੀ ਇਹਨਾਂ ਨੇ ਲਾਗੂ ਕਰਨੀ ਸੀ। ਹੁਣ ਵਿਧਾਨ ਸਭਾ ਦਾ ਸੈਸ਼ਨ ਹੋਇਆ, ਹਲੇ ਤਾਂ ਹਫਤਾ ਵੀ ਨਹੀਂ ਹੋਇਆ, ਉਹਨਾਂ ਨੇ ਜਿਹੜਾ ਕੰਮ ਨਹੀਂ ਕਰ ਸਕਦੇ ਸੀ ਭਾਵ ਕੇਂਦਰ ਦੇ ਜਿਹੜੇ ਬਿੱਲ ਜਿਹੜਾ ਲੋਕ ਸਭਾ 'ਚ ਪਾਸ ਹੋਇਆ ਵਿਧਾਨ ਸਭਾ 'ਚ ਰਿਜੈਕਟ ਨਹੀਂ ਹੋ ਸਕਦਾ, ਜਿਹਦੇ ਤੇ ਰਾਸ਼ਟਰਪਤੀ ਦੇ ਸਾਈਨ ਹੋ ਜਾਣ ਉਹਨੂੰ ਕਰ ਹੀ ਨਹੀਂ ਸਕਦੇ। ਉਹ ਲੈਣ ਦਾ ਜਿਹੜਾ ਇਹ ਸਕੀਮ ਲਿਆਂਦੀ ਹੈ ਮੰਨ ਲਓ ਕਹੀ ਸੀ, ਇਹ ਕਿਉਂ ਨਹੀਂ ਸੀ ਫਿਰ ਸੈਸ਼ਨ 'ਚ ਲਿਆਂਦੀ? ਇਹਦਾ ਮਤਲਬ ਇਮਾਨਦਾਰੀ ਨਹੀਂ ਸੀ, ਫਰਾਡ ਹੈ। ਜੇ ਹੁੰਦਾ ਤਾਂ ਉਹ ਵੀ ਲੈ ਆਉਂਦੇ। ਤੀਸਰਾ ਜਿਹੜਾ ਸੀ ਆਮ ਆਦਮੀ ਪਾਰਟੀ, ਮੇਰੀ ਗੱਲ ਪੂਰੀ ਹੋਣੀ, ਆਮ ਆਦਮੀ ਪਾਰਟੀ ਨੇ ਅੰਦਰ ਸਹਿਮਤੀ ਦਿੱਤੀ, ਅਕਾਲੀ ਦਲ ਨੇ ਵੀ। ਬਾਹਰ ਆਣ ਕੇ ਕੇਜਰੀਵਾਲ ਨੇ ਕੀ ਕਿਹਾ ਕਿ ਇਹ ਹੋ ਹੀ ਨਹੀਂ ਸਕਦਾ। ਫਿਰ ਤੁਸੀਂ ਅੰਦਰ ਕੀ ਡਰਾਮਾ ਕਰਕੇ ਆਏ ਆ? ਅਕਾਲੀ ਦਲ ਵੀ ਬਾਹਰ ਆਣ ਕੇ ਕਹਿੰਦਾ ਹੋ ਨਹੀਂ ਸਕਦਾ, ਫਿਰ ਅੰਦਰ ਕੱਲ੍ਹ ਹੀ ਜਾ ਕੇ ਡਰਾਮਾ ਕਰਕੇ ਆਏ ਆ। ਇਹ ਅੱਖਾਂ 'ਚ ਧੂਲ ਫੋਕਣ ਜਿਹੜਾ ਬੀਜੇਪੀ ਇਸ ਕੰਮ ਨੂੰ ਨਹੀਂ ਕਰਦੀ, ਉਹ ਜੋ ਹਿੱਤਾਂ 'ਚ ਹੋਵੇ ਲੋਕਾਂ ਦੇ ਹਿੱਤਾਂ 'ਚ ਨਾਲ ਫੈਡਰਲ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਸਾਡਾ ਹੁੰਦਾ ਔਰ ਜਿਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਫਰਜ਼ ਅਦਾ ਨਹੀਂ ਕੀਤਾ। ਘੁਟਾਲੇ ਵਾਲਿਆਂ ਨਾਲ ਖੜਾ ਹੋਇਆ, ਦਲਿਤਾਂ ਦੇ ਉੱਤੇ ਜ਼ੁਲਮ ਕਰਨ ਵਾਲਿਆਂ ਨਾਲ ਖੜਾ ਹੋਇਆ ਔਰ ਜੇ ਆਵਾਜ਼ ਅਸੀਂ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ 'ਚ ਉਹਨਾਂ ਨੇ ਇਹ ਸਾਨੂੰ ਰਸਤਾ ਰੋਕ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜੀ ਅਸੀਂ ਜਿਹੜਾ ਵੱਖਵਾਦ ਕੀ ਅਸੀਂ ਕਿਹਾ ਜਾ ਕੇ ਉਹਨਾਂ ਨੂੰ ਵੀ ਪ੍ਰਸ਼ਾਪ ਪੜਾ ਦਿਓ। ਅਸੀਂ ਕਿਹਾ ਕਿ ਫੌਜੀ ਨੂੰ ਜਿਹੜਾ ਇੰਨੇ ਚਿਰ ਕੀਤਾ ਹੈ ਉਹ ਮੰਨ ਲਓ ਸਰਵਿਸ ਦਿੱਤੀ ਹੈ ਉਹਦੇ ਤੇ ਅਤਿਆਚਾਰ ਕਰੋ ਔਰ ਉਹਦੇ ਮਰਡਰ ਦਾ ਕੇਸ ਦਰਜ ਨਾ ਹੋਵੇ। ਅਸੀਂ ਥੋੜ੍ਹਾ ਕਿਹਾ ਕਿ ਜਦੋਂ ਇੱਕ ਮੁੰਡੇ ਦਾ ਮਾਂ ਮਰ ਜਾਂਦੀ ਉਹ ਆਪਣਾ ਭੋਗ ਰੱਖਣ ਜਾਂਦਾ ਤੇ ਉਹਨੂੰ ਕਹਿੰਦੇ ਚਲੋ ਬਾਹਰ ਕੱਢ ਜਾਂਦੇ ਆ। ਔਰ ਇਹ ਸਾਰਿਆਂ ਦੇ ਵਿੱਚ ਜਿਹੜੇ ਨਾਲ ਉਹਨਾਂ ਨੂੰ ਬਚਾਉਣ ਵਾਲਾ ਕੌਣ ਖੜੇ ਹੁੰਦੇ ਆ? ਪੰਜਾਬ ਪੁਲਿਸ ਕਿਹਦੇ ਕੋਲ ਹੈ? ਹੋਮ ਮਿਨਿਸਟਰ ਕੌਣ ਹੈ ਇਸ ਵੇਲੇ? ਉਹ ਵੀ ਸੀਐਮ ਦੇ ਕੋਲ ਹੈ ਔਰ ਸਾਰਿਆਂ ਦਾ ਦੋਸ਼ੀ ਜਿਹੜਾ ਹੈ ਉਹ ਜਿਹੜਾ ਕੈਬਨਿਟ ਮਿਨਿਸਟਰ ਜਾਂ ਅਸੀਂ ਕਹਿੰਦੇ ਕਿ ਮੁੱਖ ਮੰਤਰੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ। ਚਲੋ ਮੁੱਖ ਮੰਤਰੀ ਤੇ ਤੁਸੀਂ ਸਾਰੇ ਦੋਸ਼ ਲਾਤੇ, ਲੇਕਿਨ ਹੁਣ ਮੇਰਾ ਅਗਲਾ ਸਵਾਲ ਸੁਣੋ। ਮੁੱਦਾ ਇਸ ਵਕਤ ਪੰਜਾਬ ਦੇ ਵਿੱਚ ਕਿਸਾਨੀ ਦਾ ਹੈ। ਕਿਸਾਨੀ ਦੇ ਮੁੱਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਕੁਝ ਐਸਾ ਠੋਸ ਮਸੌਦਾ ਨਹੀਂ ਲਿਆ ਪਾਉਂਦੀ। ਪੰਜਾਬ ਦੇ ਵਿੱਚ ਜਿਹੜਾ ਪ੍ਰੋਟੈਸਟ ਹੁੰਦਾ ਹੈ, ਜਿਹੜਾ ਵਿਰੋਧ ਹੁੰਦਾ ਹੈ, ਉਹ ਦੇਸ਼ ਦੇ ਕਿਸੇ ਹੋਰ ਸੂਬੇ 'ਚ ਨਹੀਂ ਹੁੰਦਾ। ਇਸ ਨੂੰ ਆਪਾਂ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਦਾ ਫੇਲੀਅਰ ਮੰਨੀਏ ਵੀ ਤੁਸੀਂ ਲੋਕ ਆਪਣੇ ਕਿਸਾਨਾਂ ਦੇ ਨਾਲ ਕਨੈਕਟਡ ਨਹੀਂ ਹੋ। ਤੁਸੀਂ ਇੱਕ ਸ਼ਹਿਰੀ ਪਾਰਟੀ ਹੋ, ਤੁਹਾਡਾ ਪਿੰਡਾਂ ਦੇ ਵਿੱਚ ਕੋਈ ਆਧਾਰ ਨਹੀਂ ਹੈ। ਤੁਸੀਂ ਇਹ ਸਮਝਾ ਹੀ ਨਹੀਂ ਪਾਏ
ਕਿਸਾਨਾਂ ਨੂੰ ਵੀ ਜੇ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਨੇ ਕਾਨੂੰਨ ਲਿਆ ਹੈ ਤਾਂ ਉਹਦੇ ਜੇ ਕੋਈ ਮੈਰਿਟ ਵੀ ਲੱਭ ਨਹੀਂ ਹੋਵੇ ਤਾਂ ਤੁਸੀਂ ਉਹ ਵੀ ਨਹੀਂ ਦੱਸ ਪਾਏ। ਉਲਟਾ ਤੁਹਾਡੇ ਲੀਡਰ ਧਮਕੀਆਂ ਦਿੰਦੇ ਨਜ਼ਰ ਆਏ ਵੀ ਤੁਸੀਂ ਜੇ ਸਾਡੇ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕਰੋਗੇ ਤਾਂ ਸਟ੍ਰੈਚਰਾਂ ਤੇ ਵਾਪਸ ਜਾਓਗੇ। ਅੱਜ ਵੀ ਇੱਕ ਥ੍ਰੈਟਨਿੰਗ ਟੋਨ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੀ ਹੈ। ਫਿਰ ਕੀ ਕਾਰਨ, ਆਪਾਂ ਕੀ ਲੀਨੀਅੰਸੀ ਲੋਕਾਂ ਤੋਂ ਭਾਲਦੇ ਜਦੋਂ ਸੜਕਾਂ ਤੇ ਉਤਰਦੇ ਆ, ਤੁਹਾਡਾ ਘਿਰਾਓ ਨਾ ਕਰਨ ਤਾਂ ਫਿਰ ਕੀ ਕਰਨ? ਦੇਖੋ 2-3 ਸਵਾਲ ਤੁਸੀਂ ਇਕੱਠੇ ਕਰਤੇ ਆ, ਮੈਂ ਉਹਨਾਂ ਦਾ ਸਟੈਪ ਬਾਈ ਜਵਾਬ ਦਿਆਂ। ਉਹਨੇ ਸੁਣ, ਇੱਕ ਤਾਂ ਪਹਿਲਾ ਛੋਟਾ ਜਿਹਾ ਸਵਾਲ ਸੀ ਕਿ ਜਿਹੜਾ ਤੁਸੀਂ ਕਿਹਾ ਕਿ ਆਉਂਗੇ ਪੈਰਾਂ ਤੇ ਜਾਓਗੇ ਸਟ੍ਰੈਚਰਾਂ ਤੇ, ਉਹਨਾਂ ਨੇ ਕਿਤੇ ਕਿਸਾਨਾਂ ਨੂੰ ਨਹੀਂ ਕਿਹਾ ਕਿਸੇ ਵੀ ਜਗ੍ਹਾ ਦੇ ਉੱਤੇ। ਨਹੀਂ ਤਾਂ ਇਨਸੀਡੈਂਟ ਕੱਢ ਕੇ ਦੇਖ ਲਓ ਕਿਹੜੇ ਵੇਲੇ ਕਿਹਾ। ਉਹ ਉਦੋਂ ਕਿਹਾ ਜਦੋਂ ਯੂਥ ਕਾਂਗਰਸ ਦੇ ਜਿਹੜੇ ਲੋਕਾਂ ਨੇ ਜਾ ਕੇ ਬੀਜੇਪੀ ਦੇ ਦਫ਼ਤਰ ਦੀ ਤੋੜ ਫੋੜ ਕੀਤੀ ਹੈ, ਔਰ ਉਸ ਵੇਲੇ ਉਹਨਾਂ ਨੇ ਵਾਰਨਿੰਗ ਕੀਤੀ ਸੀ ਜੇ ਹੁਣ ਆਏ ਤਾਂ ਅਸੀਂ ਆਉਂਗੇ ਜਿਹੜੇ ਆ ਪੈਰਾਂ ਤੇ। ਭਾਵ ਅੱਜ ਤੱਕ ਕਦੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਫਿਸ ਦੇ ਵਿੱਚ ਦੂਸਰੀ ਪਾਰਟੀ ਤੋੜ ਫੋੜ ਕਰਦੀ ਦੇਖੀ ਗਈ? ਦੰਗਾ ਕੌਣ ਕਰ ਰਿਹਾ? ਫਿਰ ਉਹ ਤਾਂ ਕਾਂਗਰਸ ਕਰ ਰਹੀ। ਫਿਰ ਅੱਜ ਤੱਕ ਤਾਂ ਇਤਿਹਾਸ 'ਚ ਹੈ ਕਿ ਅਸੀਂ ਉਹ ਆਪਣੀਆਂ ਪਾਰਟੀਆਂ ਇੱਧਰ ਪ੍ਰੋਟੈਸਟ ਕਰ ਰਹੇ, ਦੂਸਰੇ ਨੂੰ ਅਸੀਂ ਕਹੀਦਾ ਅਸੀਂ ਇੱਧਰਲੇ ਪਾਸੇ ਕਰ ਲਓ। ਸਾਰਿਆਂ ਨੂੰ ਅਧਿਕਾਰ ਹੈ ਬਰਾਬਰ ਦਾ, ਪਰ ਦਫ਼ਤਰਾਂ ਦੇ ਅੰਦਰ ਜਲਦੇ ਹੋਏ ਟਾਇਰ ਕੌਣ ਸੱਟਣ ਜਾਂਦਾ ਹੈ? ਅੱਜ ਤੱਕ ਨਹੀਂ ਕਰਦਾ। ਤਾਂ ਦੰਗਾ ਕੌਣ ਫੈਲਾ ਰਿਹਾ? ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਲੋਕ ਫੈਲਾ ਰਹੇ ਤੇ ਕਿਹਦੀ ਸ਼ਹਿ ਤੇ ਫੈਲਾ ਰਹੇ ਨੇ? ਕੱਲ ਵੀ ਕੈਪਟਨ ਦੇ ਜਿਹੜਾ ਪਟਿਆਲੇ ਦੇ ਵਿੱਚ ਗੋਲੀ ਚੱਲ ਗਈ, ਜਿੱਥੇ ਪੁਲਿਸ ਨੇ ਸਾਰਿਆਂ ਨੇ ਕਿਹਾ ਹਥਿਆਰ ਨਹੀਂ ਲੈਣ ਜਾ ਸਕਦੇ, ਲਿਜਾ ਨਹੀਂ ਸਕਦੇ, ਉੱਥੇ ਕੈਪਟਨ ਦੇ ਨਾਲ ਜਿਹੜੇ ਗਏ ਸੀ ਉਹ ਹਥਿਆਰ ਚਲਾ ਕੇ ਗੋਲੀਆਂ ਚਲਾ ਕੇ ਬੰਦੇ ਜ਼ਖਮੀ ਕਰੇ ਆਉਂਦੇ ਆ। ਇਹ ਤਾਂ ਸਾਰੇ ਦੇ ਦੋਸ਼ੀ ਕੌਣ ਆ? ਦੋਸ਼ੀ ਕੌਣ ਹੈ? ਦੋਸ਼ੀ ਜਿਹੜਾ ਆ ਉਹ ਤਾਂ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈਗਾ ਆ। ਸੋ ਜਿਹੜੇ ਆਪਣੇ ਤਰੁਣ ਚੁਗ ਜੀ ਨੇ ਕਿਹਾ ਉਹ ਕਿਸਾਨਾਂ ਨੂੰ ਨਹੀਂ ਕਿਹਾ। ਪਹਿਲਾਂ ਤੇ ਗਲਤ ਜਗ੍ਹਾ ਤੇ ਮੈਨੂੰ ਕਈ ਜਗ੍ਹਾ ਤੋਂ ਸੁਣ ਲਿਆ, ਪਰ ਮੈਂ ਕਹਿ ਰਿਹਾ ਕਿ ਉਹਨਾਂ ਨੇ ਉਹਨਾਂ ਗੁੰਡਿਆਂ ਨੂੰ ਕਿਹਾ ਜਿਨ੍ਹਾਂ ਨੇ ਬੀਜੇਪੀ ਦਾ ਦਫ਼ਤਰ ਤੋੜਨ ਦੀ ਗੱਲ ਕੀਤੀ। ਲੇਕਿਨ ਤੁਸੀਂ ਮੌਕੇ ਦੀ ਨਜ਼ਾਕਤ ਨੂੰ ਤਾਂ ਬੀਜੇਪੀ ਲੀਡਰਸ਼ਿਪ ਨੂੰ ਸਮਝਣਾ ਚਾਹੀਦਾ ਨਾ। ਇਸ ਵਕਤ ਗੁੱਸਾ ਤਾਂ ਹੈ, ਕਿਸਾਨਾਂ ਦਾ ਕੇਂਦਰ ਪ੍ਰਤੀ ਗੁੱਸਾ ਨਹੀਂ ਹੈ। ਤੁਸੀਂ ਕਹਿੰਦੇ ਵੀ ਕਿਸਾਨਾਂ ਦਾ ਗੁੱਸਾ ਨਹੀਂ ਹੈ, ਨਹੀਂ ਕਾਂਗਰਸ ਦੇ ਲੋਕ ਆਣ ਕੇ ਮਾਰ ਦੇਣਗੇ। ਮਾਰਨ ਦਾ ਇਸ਼ੂ ਨਹੀਂ ਹੈ, ਮਾਰਨ ਦਾ ਇਸ਼ੂ ਨਹੀਂ ਨਾ ਹੈ, ਜੇ ਮੌਕੇ ਨੂੰ ਹੈਂਡਲਿੰਗ ਦੀ ਗੱਲ ਹੈ ਨਾ, ਨਜ਼ਾਕਤ ਦੀ ਗੱਲ ਹੈ। ਮਗਰ ਕਿਸਾਨ ਵੀਰਾਂ ਦਾ ਅਗਰ ਕਿਤੇ ਅੰਦੋਲਨ ਚੱਲਦਾ ਤਾਂ ਉਹਦੀ ਆੜ ਦੇ ਵਿੱਚ ਜੇ ਕਿਸਾਨ ਵੀਰਾਂ ਦਾ ਕੋਈ ਅੰਦੋਲਨ ਚੱਲਦਾ ਉਹਦੀ ਆੜ ਦੇ ਵਿੱਚ ਤੁਸੀਂ ਆਣ ਕੇ ਸਾਡੇ ਬੀਜੇਪੀ ਦੇ ਦਫ਼ਤਰ ਤੋੜ ਦਿਓਗੇ, ਇਹ ਗੁੰਡਾਗਰਦੀ ਕਰ ਦਿਓਗੇ, ਇਹ ਵੀ ਤਾਂ ਗੱਲ ਨਹੀਂ ਹੈ ਨਾ। ਇਹ ਜੇ ਤੁਸੀਂ ਆਣ ਕੇ ਕਤਲ ਕਰਦੇ ਹੋ, ਜਲਦੇ ਹੋ ਟਾਇਰ ਸੱਟ ਕੇ, ਤੁਸੀਂ 1984 ਦਾ ਵਾਕਿਆ ਸਾਨੂੰ ਸਾਡੇ ਮੂਹਰੇ ਦੱਸਣਾ ਚਾਹੁੰਦੇ ਹੋ? ਤੁਸੀਂ ਇਹਨੂੰ ਬੰਗਾਲ ਬਣਾਉਣਾ ਚਾਹੁੰਦੇ ਹੋ? ਹੁਣ ਮੇਰਾ ਸਵਾਲ ਹੈ, ਤੁਸੀਂ ਬੀਜੇਪੀ ਨੂੰ ਜੋ ਬੰਗਾਲ 'ਚ ਹੋ ਰਿਹਾ ਉਹ ਤੁਸੀਂ ਚਾਹੁੰਦੇ ਹੋ ਵੀ ਪੰਜਾਬ 'ਚ ਹੋਵੇ ਜਿਸ ਤਰੀਕੇ ਦਾ ਵਤੀਰਾ ਬੀਜੇਪੀ ਲੀਡਰਸ਼ਿਪ ਦਾ ਹੈਗਾ? ਅਸੀਂ ਅਮਨ ਸ਼ਾਂਤੀ ਦੇ ਪੁਜਾਰੀ ਸੀ, ਹੈ ਤੇ ਰਹਾਂਗੇ। ਅਸੀਂ ਕਦੇ ਵੀ ਦੰਗਾ ਨਹੀਂ ਕੀਤਾ। ਅਸੀਂ ਜਦੋਂ ਵੀ ਕਿਤੇ ਲੋੜ ਪਈ ਅਸੀਂ ਆਪਣੇ ਆਪ ਨੂੰ ਸੈਕਰੀਫਾਈ ਕੀਤਾ। ਅਸੀਂ ਕਦੀ ਵੀ ਉਸ ਤਰੀਕੇ ਨਾਲ ਨਹੀਂ ਕੀਤਾ ਜਿਸ ਤਰੀਕੇ ਨਾਲ ਤੁਸੀਂ ਕਹਿਣਾ ਚਾਹ ਰਹੇ ਹੋ। ਪਰ ਇਹ ਵੀ ਨਹੀਂ ਹੈ ਕਿ 1984 ਚ ਜਲਿਓ ਟਾਇਰ ਪਾਏ ਸੀ ਉਹੀ ਪਾ ਕੇ ਤੁਸੀਂ ਅੱਜ ਅੰਮ੍ਰਿਤਸਰ ਦੇ ਵਿੱਚੋਂ ਦੱਸਣਾ ਚਾਹੁੰਦੇ ਹੋ ਕਿ ਕਾਂਗਰਸ ਨੇ ਉੱਥੇ ਕੀਤਾ ਸੀ, ਅੱਜ ਅਸੀਂ ਵੀ ਇੱਥੇ ਕਰਾਂਗੇ। ਕੋਈ ਭਾਰਤੀ ਜਨਤਾ ਪਾਰਟੀ ਦਾ ਪੋਲਰਾਈਜੇਸ਼ਨ ਦਾ ਜਿਹੜਾ ਇੱਕ ਫਾਰਮੂਲਾ ਹੈ ਹਰਿਆਣੇ 'ਚ ਕੰਮ ਕਰ ਗਿਆ, ਲੇਕਿਨ ਪੰਜਾਬ ਦੇ ਵਿੱਚ ਇਹ ਵਾਕਈ ਅੱਗ ਨਾਲ ਖੇਲਣ ਦੇ ਮੁਤਾਬਿਕ ਹੈ ਨਾ। ਜੇ ਤੁਸੀਂ ਅੱਜ 1984 ਦੀ ਯਾਦ ਦੁਆ ਰਹੇ ਹੋ, ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਇਹਨੂੰ ਬੰਗਾਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਕਿਸ ਕਿਸਮ ਦੀ ਰਾਜਨੀਤੀ ਹੈ ਜਿਹੜਾ ਬੀਜੇਪੀ? ਕਿਸਾਨਾਂ ਨੂੰ ਸਮਝਾਓ ਨਾ। ਕਿਸਾਨਾਂ ਦੇ ਨਾਲ ਰਾਬਤਾ ਤਾਂ ਆਪਾਂ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀਆਂ ਦਾ ਕਾਇਮ ਨਹੀਂ ਕਰਾ ਪਾਏ। ਉਸ ਹਾਲਾਤ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਅੱਗ ਨਾ ਲਵਾ ਦਿਓ। ਅੱਗ ਕੌਣ ਲਗਾਏਗਾ? ਕਿਸਾਨਾਂ ਦੀ ਗੱਲ ਬੈਠੋ ਸੁਣੋ, ਮੇਜ਼ ਤੇ ਆਣ ਸਾਰੇ ਇਕੱਠੇ ਹੋਣ। ਇਹ ਕਿਉਂ ਨਹੀਂ ਬੀਜੇਪੀ ਲੀਡਰਸ਼ਿਪ ਕਰ ਪਾ ਰਹੀ? ਇਹ ਬਾਰ-ਬਾਰ ਜਿਹੜੀ ਤੁਸੀਂ ਕਹਿ ਰਹੇ ਹੋ ਮੇਜ਼ ਦੇ, ਮੈਂ ਅੱਜ ਤੁਹਾਡੇ ਮਾਧਿਅਮ ਨਾਲ ਫਿਰ ਦੁਹਰਾ ਰਿਹਾ। ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਇਸ ਗੱਲ ਨੂੰ ਮੇਜ਼ ਦੇ ਉੱਤੇ ਬੈਠ ਕੇ ਦੁਹਰਾਇਆ ਜਾ ਸਕਦਾ। ਇਹ ਪਹਿਲ ਤੁਸੀਂ ਕਰੋਗੇ ਨਾ, ਵਿਜੇ ਸਾਂਪਲਾ ਕਰ ਸਕਦਾ ਹੈ, ਅਸ਼ਵਨੀ ਸ਼ਰਮਾ ਕਰ ਸਕਦਾ ਹੈ। ਇਹ ਤੁਸੀਂ ਸਕੱਤਰਾਂ ਕੋਲ ਕਿਸਾਨ ਸਕੱਤਰਾਂ ਕੋਲ ਜਾਂਦੇ ਨੇ, ਉੱਥੇ ਸਕੱਤਰ ਦੀ ਮੀਟਿੰਗ ਦਾ ਬਾਈਕਾਟ ਕਰਦੇ ਨੇ। ਇੱਧਰ ਬੀਜੇਪੀ ਦੇ ਮੰਤਰੀ ਪ੍ਰਚਾਰ ਕਰਨ ਆ ਜਾਂਦੇ ਨੇ ਜੀ ਕਿ ਨਹੀਂ ਸਾਡੇ ਕਾਨੂੰਨ ਠੀਕ ਨੇ। ਤੁਸੀਂ ਤਾਂ ਇੱਕ ਵਿਧੀਵਤ ਤਰੀਕੇ ਨਾਲ ਆਪਣੇ ਕਾਨੂੰਨਾਂ ਦਾ ਪ੍ਰਚਾਰ ਕਰ ਰਹੇ ਹੋ ਨਾ। ਤੁਸੀਂ ਥੋੜੀ ਕੰਸੀਲੀਏਟਰੀ ਟੋਨ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੀ। ਜੀ ਤੁਸੀਂ ਕਿਹਾ ਕਿ ਵਿਜੇ ਸਾਂਪਲਾ ਉੱਤੇ ਕਿੱਥੇ ਖੜਾ ਹੈ, ਬਾਕੀ ਬੀਜੇਪੀ ਲੀਡਰਸ਼ਿਪ ਕਿੱਥੇ? ਤੁਸੀਂ, ਮੈਂ ਤਾਂ ਕਹਿੰਦਾ ਰਾਬਤੇ ਦਾ ਬ੍ਰਿਜ ਬਣੋ ਨਾ, ਬ੍ਰਿਜ ਨਹੀਂ ਬਣ ਪਾ ਰਹੀ ਗੱਲ। ਤਾਂ ਮੈਂ ਮੈਨੂੰ ਜਵਾਬ ਤਾਂ ਦੇਣ ਦਿਓ। ਅਸੀਂ ਬਾਰ-ਬਾਰ ਕਹਿ ਚੁੱਕੇ ਸ਼ੁਰੂ ਤੋਂ, ਜਦੋਂ ਤੋਂ ਵੀ ਹੋਇਆ ਕਿ ਕਿਸਾਨਾਂ ਨੇ ਅੰਦੋਲਨ ਕੀਤਾ, ਮੇਰਾ ਘਰ ਘੇਰਨ ਆਏ ਸੀ, ਮੈਂ ਉਦੋਂ ਵੀ ਉਹਨਾਂ ਨੂੰ ਹੱਥ ਜੋੜੇ ਸੀ। ਮੈਨੂੰ ਦੱਸੋ ਮੈਂ ਕੀ ਸੇਵਾ ਕਰਾਂ, ਮੇਰੇ ਤੋਂ ਕੀ ਕਹਾਉਣਾ ਚਾਹੁੰਦੇ ਹੋ, ਮੈਂ ਕੀ ਕਰਨਾ? ਮੈਂ ਤੁਹਾਡੇ ਨਾਲ, ਤੁਸੀਂ ਮੇਰੇ ਕੋਲ ਜਾਂ ਤਾਂ ਮੈਨੂੰ ਕਨਵਿੰਸ ਕਰ ਲਓ ਜਾਂ ਮੇਰੀ ਤੋਂ ਦੋ ਹੀ ਚੀਜ਼ਾਂ ਆਉਂਦੀਆਂ, ਜਾਂ ਮੈਂ ਕੋਈ ਗੱਲ ਕਰ ਰਿਹਾ ਮੇਰੀ ਗੱਲ ਸਮਝ ਲਓ, ਨਹੀਂ ਤਾਂ ਮੈਨੂੰ ਸਮਝਾ ਦਿਓ। ਤੁਸੀਂ ਮੈਨੂੰ ਸਮਝਾ ਦਿਓ। ਅਸੀਂ ਕੱਲੀ ਤੁਹਾਡੀ ਬਾਂਹ ਵੀ ਬਣਨਾ ਚਾਹੁੰਦੇ, ਤੁਹਾਡੇ ਵਕਾਲਤ ਕਰਨ ਨੂੰ ਅਸੀਂ ਤਿਆਰ ਬੈਠੇ ਹਾਂ ਪੰਜਾਬ ਦੇ ਹਿੱਤਾਂ ਦੇ ਲਈ। ਹਮੇਸ਼ਾ ਮੇਰੀ ਗੱਲ ਪਹਿਲਾਂ ਪੂਰੀ ਸੁਣ ਦਿਓ, ਮੰਤਰੀ ਦੇ ਸਾਹਮਣੇ ਬਿਠਾਓ, ਮੇਰੀ ਗੱਲ ਪੂਰੀ ਹੋਣ। ਮੇਰੀ ਗੱਲ ਸੁਣੋ ਜਨਾਬ, ਜਵਾਬ ਮੈਂ ਦੇ ਆ ਨਾ। ਖੇਤੀਬਾੜੀ ਕੇਂਦਰੀ ਖੇਤੀਬਾੜੀ ਮੰਤਰੀ ਪ੍ਰਧਾਨ ਮੰਤਰੀ ਦੇ ਸਾਹਮਣੇ ਕਿਸਾਨਾਂ ਨੂੰ ਬਿਠਾਓ। ਤੁਸੀਂ ਕਹੋ ਪਹਿਲਾਂ ਸਾਨੂੰ ਸਮਝਾਓ। ਇਸ ਵੇਲੇ ਮੇਰੀ ਗੱਲ ਸੁਣੋ, ਤੁਸੀਂ ਸਵਾਲ ਮੈਨੂੰ ਵਿਜੇ ਸਾਂਪਲਾ ਨੂੰ ਪੁੱਛਿਆ ਔਰ ਵਿਜੇ ਸਾਂਪਲਾ ਕੋਲੋਂ ਆਪਣੇ ਉਹਦੇ ਮੇਰੀ ਹੋਣ ਦਾ ਜਵਾਬ ਮੰਗਿਆ, ਮੈਂ ਆਪਣੀ ਹੋਣ ਦਾ ਜਵਾਬ ਦੇਣ ਨੂੰ ਤਿਆਰ ਹਾਂ। ਠੀਕ ਹੈ,
ਮੈਂ ਇਹ ਕਹਿ ਰਿਹਾ ਕਿ ਅਸੀਂ ਉਹਨਾਂ ਦੀ ਆਵਾਜ਼ ਬਣਨ 'ਚ ਤਿਆਰ ਬੈਠੇ ਹਾਂ। ਅਸੀਂ ਉਹਨਾਂ ਦੀ ਗੱਲ ਔਰ ਅਸੀਂ ਉਹਨਾਂ ਦੀ ਵਕਾਲਤ ਜਾ ਕੇ ਕੇਂਦਰ 'ਚ ਕਰਾਂਗੇ, ਕਿਉਂ ਨਹੀਂ ਕਰਾਂਗੇ। ਦੂਸਰੀ, ਜਿਸ ਤਰੀਕੇ ਨਾਲ ਪੰਜਾਬ ਦੇ ਪਾਣੀਆਂ ਦੀ ਜਦੋਂ ਗੱਲ ਆਈ, ਹਰਿਆਣੇ 'ਚ ਸਰਕਾਰ ਕਿਹਦੀ ਹੈ? ਬੀਜੇਪੀ ਦੀ ਨਹੀਂ। ਕੇਂਦਰ ਸਰਕਾਰ ਕਿਹਦੀ ਹੈ? ਬੀਜੇਪੀ ਦੀ ਨਹੀਂ। ਅਸੀਂ ਲੜਾਈ ਕਿਹਦੀ ਲੜੀ ਹੈ? ਅਸੀਂ ਪੰਜਾਬ ਦੇ ਪਾਣੀਆਂ ਦੇ ਹਿੱਤ ਰਾਖੀ ਲਈ, ਕਿਸਾਨੀ ਦੀ ਬਚਾਉਣ ਦੇ ਲਈ ਅਸੀਂ ਕਿਹਾ ਕਿ ਅਸੀਂ ਪੰਜਾਬ ਦਾ ਪਾਣੀ ਜਿਹੜਾ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਣਾ। ਔਰ ਚਾਹੇ ਬਾਦਲ ਸਾਹਿਬ ਦੀ ਉਹ ਜੀ ਚੀਜ਼ ਦੁਹਰਾਓ ਤਾਂ ਸੁਣੋ ਨਾ, ਕਿਸਾਨਾਂ ਦੇ ਮੁੱਦੇ ਤੇ ਵੀ ਦੁਹਰਾਓ ਉਹ ਚੀਜ਼ ਨਾ, ਜਿਹੜੀ ਪਾਣੀਆਂ ਤੇ ਸਟੈਂਡ ਲਿਆ, ਕਿਸਾਨੀ ਦੇ ਮੁੱਦੇ ਤੇ ਵੀ ਲਓ। ਆਪਣੀ ਪੂਰੀ ਨਹੀਂ ਕੀਤੀ। ਮੈਂ ਕਿਹਾ ਜਦੋਂ ਬਾਦਲ ਸਾਹਿਬ ਸੀ ਅਸੀਂ ਉਦੋਂ ਵੀ ਕਿਹਾ ਸੀ, ਸਰਕਾਰ 'ਚ ਚਾਹੇ ਕਾਂਗਰਸ ਦੀ ਚਲੀ ਗਈ, ਔਰ ਮੈਂ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਕੈਪਟਨ ਸਾਹਿਬ ਨੂੰ ਜਾ ਕੇ ਕਹਿ ਕੇ ਅਸੀਂ ਜਦੋਂ ਪਾਣੀਆਂ ਦੀ ਗੱਲ ਆਏਗੀ ਅਸੀਂ ਤੁਹਾਡੇ ਨਾਲ ਸਰਕਾਰ ਨਾਲ ਖੜੇ ਆ। ਕਿਸਾਨਾਂ ਦੀ ਗੱਲ ਅੱਜ ਵੀ ਮੈਂ ਕਹਿਣ ਨੂੰ ਤਿਆਰ ਹਾਂ ਕਿ ਅਗਰ ਜੇ ਸਾਨੂੰ, ਕਿਉਂਕਿ ਉਹ ਪਾਣੀਆਂ ਦੀ ਗੱਲ ਸਾਨੂੰ ਸਮਝਾਉਣ ਵਾਲੇ ਕਿਸਾਨ ਸੀ, ਸਾਨੂੰ ਸਾਰੇ ਸਮਝਾਉਂਦੇ ਸੀ ਕਿ ਇਹਦੇ 'ਚ ਆਹ ਨੁਕਸਾਨ, ਆਹ ਫਾਇਦਾ। ਅੱਜ ਵੀ ਮੈਂ ਕਹਿੰਦਾ ਕਿ ਸਾਨੂੰ ਮੰਨ ਲਓ ਕਿ ਕੇਂਦਰ ਸਰਕਾਰ ਕਹਿੰਦੀ ਕਿ ਆਹ ਫਾਇਦਾ ਆ, ਸਾਨੂੰ ਉਹ ਇੱਕ ਚੀਜ਼ ਸਾਨੂੰ ਸਮਝਾਤੀ ਗਈ, ਤੁਸੀਂ ਸਾਨੂੰ ਦੱਸ ਦਿਓ ਨਾ ਇਹ 'ਚ ਕੀ ਨੁਕਸਾ। ਅਸੀਂ ਤੁਹਾਡੀ ਆਵਾਜ਼ ਕਿਉਂ ਨਹੀਂ ਬਣ ਸਕਦੇ? ਅਸੀਂ ਤੁਹਾਡੀ, ਜੇ ਅਸੀਂ ਪਾਣੀਆਂ ਦੇ ਉੱਤੇ ਖੜੇ ਹੋ ਸਕਦੇ ਕਿਸਾਨੀ ਨੂੰ ਬਚਾਉਣ ਲਈ, ਤੇ ਅਸੀਂ ਕਿਸਾਨੀ ਨੂੰ ਬਚਾਉਣ ਲਈ ਕਿਉਂ ਨਹੀਂ ਜਾਵਾਂਗੇ? ਪੰਜਾਬ ਦਾ ਕਿਸਾਨ, ਪੰਜਾਬ ਦੀ ਕਿਸਾਨੀ ਜਥੇਬੰਦੀਆਂ ਕੀ ਇਹ ਰਾਈਟ ਵੀ ਡਿਜ਼ਰਵ ਨਹੀਂ ਕਰਦੀਆਂ ਵੀ ਇੱਕ ਖੇਤੀਬਾੜੀ, ਕੌਮੀ ਖੇਤੀਬਾੜੀ ਮੰਤਰੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੁਸੀਂ ਲੋਕ ਕਰਵਾ ਦਿਓ ਦੀ? ਤੁਸੀਂ ਕਹਿੰਦੇ ਜੀ ਅਸੀਂ ਵਕੀਲ ਬਣਾਂਗੇ, ਇਹ ਕਾਦੀ ਵਿਚੌਲਗੀ ਹੈਗੀ ਹੈ? ਆਪ ਹੀ ਤੁਸੀਂ ਕਹੀ ਜਾਂਦੇ ਵਕੀਲ ਬਣੋ, ਨਹੀਂ ਤੁਸੀਂ ਉਹਨਾਂ ਨਾਲ ਮੁਲਾਕਾਤ ਕਰਾਓ ਨਾ। ਅਗਲੇ ਤਾਂ ਵਕੀਲ ਹੀ ਹੈ ਨਾ। ਕੇਂਦਰ ਸਰਕਾਰ ਦੇ 77 ਦੇ ਟੇਬਲ ਤੋਂ ਕਿਸਾਨ ਜਥੇਬੰਦੀਆਂ ਕਿਸ ਵਾਸਤੇ ਮੁੜੇ ਆਈਆਂ ਵੀ ਸਾਡੇ ਸਾਹਮਣੇ ਮੰਤਰੀ ਬੈਠੇ, ਸਾਡੇ ਸਾਹਮਣੇ ਕੋਈ ਵਧੀਆ ਜ਼ਿੰਮੇਵਾਰ ਮੰਤਰੀ ਬੈਠੇ ਨਾ। ਦੋਨੇ ਪਾਸੇ ਤੁਸੀਂ, ਇੱਕ ਪਾਸੇ ਕਹਿੰਦੇ ਵਕੀਲ ਬਣੋ, ਇੱਕ ਪਾਸੇ ਕਹਿੰਦੇ ਕਿਉਂ ਬਣੋ। ਇੱਕ ਪਾਸੇ ਤੁਸੀਂ ਕਹਿੰਦੇ ਮੀਟਿੰਗ ਕਰਾਓ, ਤਾਂ ਮੀਟਿੰਗ ਕਰਾਉਣ ਦਾ ਮਤਲਬ ਕਿ ਅਸੀਂ ਵਕੀਲ ਬਣ ਕੇ ਉਹਨਾਂ ਦੀ ਗੱਲ ਉੱਥੇ ਰੱਖਾਂਗੇ ਨਾ। ਮੈਂ ਵੀ ਤਾਂ ਇਹੀ ਕਹਿ ਰਿਹਾ ਨਾ ਕਿ ਮੰਨਦੀ ਨਹੀਂ ਕੇਂਦਰ ਸਰਕਾਰ, ਤੁਹਾਡੀ ਸੈਂਟਰਲ ਲੀਡਰਸ਼ਿਪ ਕੀ ਇਹ ਗੱਲ ਮੰਨਦੀ ਨਹੀਂ? ਜੇ ਤੁਸੀਂ ਕਹਿ ਨਹੀਂ ਸਕਦੇ ਕਿਸਾਨਾਂ ਦੀ ਗੱਲ ਸੁਣ ਲਈ ਜਾਵੇ ਜੀ, ਪ੍ਰਧਾਨ ਮੰਤਰੀ ਦਾ ਪੁਤਲੇ ਤੱਕ ਜਾਂ ਤਾਂ ਮੈਂ ਨਹੀਂ ਸਮਝਾ ਪਾ ਰਿਹਾ ਜਾਂ ਤੁਸੀਂ ਸਮਝਣਾ ਨਹੀਂ ਚਾਹੁੰਦੇ। ਤੁਸੀਂ ਮੇਰਾ ਪੁਆਇੰਟ ਨਹੀਂ ਸਮਝਦੇ, ਮੇਰਾ ਸਵਾਲ ਨਹੀਂ ਸਮਝੋ, ਮੇਰਾ ਵੀ ਸਵਾਲ ਸਮਝੋ ਨਾ। ਮੈਂ ਮੀਟਿੰਗ ਕਰਾਉਣ ਜਾਮ, ਮੰਨ ਲਓ, ਮੈਂ ਕਹਿ ਰਿਹਾ ਕਿ ਮੰਨਣ ਦੀ ਗੱਲ ਹੀ ਨਹੀਂ, ਜੋ ਕਰਨ ਵਾਲਾ ਉਹ ਤਾਂ ਮੇਰੇ ਤੋਂ ਕੀ ਕਰਾਉਣਾ। ਮੇਰੀ ਕਹਿਣਾ ਕੀ ਜਾ ਰਿਹਾ, 2 ਮਹੀਨੇ ਹੋ ਗਏ ਨੇ ਇਸ ਦੇ ਵਿੱਚ ਜ਼ਿਆਦਾ ਉਲਝ ਜਾਾਂਗੇ। ਮੇਰੀ ਗੱਲ ਉਲਝਣ ਦੋ ਪੁਆਇੰਟ ਇੱਥੇ ਉਲਝਿਆ ਹੋਇਆ ਹੈ ਨਾ। ਆਪਾਂ ਸਮਝੀਏ, ਆਪਾਂ ਕਿਸਾਨ ਕਿਸ ਗੱਲ ਲਈ ਝਗੜਾ ਕਰ ਰਹੇ ਨੇ? ਕਿਸਾਨ ਇਸ ਗੱਲ ਲਈ ਝਗੜਾ ਕਰ ਰਹੇ ਨੇ ਵੀ ਸਾਨੂੰ ਕਿਸੇ ਜ਼ਿੰਮੇਵਾਰ ਅਹੁਦੇਦਾਰ ਮੰਤਰੀ ਦੇ ਨਾਲ ਮਿਲਵਾ ਦਿਓ। ਇਹ ਕਿਉਂ ਨਹੀਂ ਹੋ ਪਾ ਰਿਹਾ? ਅਸੀਂ ਕਹਿ ਰਹੇ ਹਾਂ ਕਿ ਇਹ ਤਿੰਨੇ ਹੀ ਬਿੱਲ ਜਿਹੜੇ ਕਿਸਾਨਾਂ ਦੇ ਹਿੱਤ 'ਚ ਹੈ, ਤੁਸੀਂ ਸਾਨੂੰ ਦੱਸੋ ਨਾ ਨੁਕਸ ਕੀ ਹੈ, ਤਾਂ ਹੀ ਵਕਾਲਤ ਕਰਾਂਗੇ, ਤਾਂ ਹੀ ਤੁਹਾਨੂੰ ਲੈ ਕੇ ਜਾਵਾਂਗੇ, ਸਾਨੂੰ ਸਮਝਾਉਂਗੇ ਤਾਂ ਹੀ ਹੈ ਨਾ ਕਿ ਅਸੀਂ ਤੁਸੀਂ ਜੇ ਖੇਤੀਬਾੜੀ ਮੰਤਰੀ ਹੁੰਦੇ ਮੈਂ ਤੁਹਾਡਾ ਲੌਜੀਕ ਮੰਨ ਲੈਂਦਾ। ਜੇ ਤੁਸੀਂ ਖੇਤੀਬਾੜੀ ਮੰਤਰੀ ਹੁੰਦੇ ਮੈਂ ਤੁਹਾਡੀ ਗੱਲ ਪੂਰੀ ਮੰਨ ਲੈਂਦਾ, ਕਿਸਾਨ ਵੀ ਮੰਨ ਲੈਂਦਾ। ਨਹੀਂ ਆਪਣੀ ਗੱਲ ਸਰ, ਗੱਲ ਇੱਕ ਲੀਡਰਸ਼ਿਪ ਦੀ ਹੁੰਦੀ ਹੈ। ਪੰਜਾਬ ਦੇ ਵਿੱਚ ਤੁਹਾਡੀ ਬੀਜੇਪੀ ਦੀ ਲੀਡਰਸ਼ਿਪ ਇੱਕ ਬ੍ਰਿਜ ਬਣ ਸਕਦੀ ਹੈ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿੱਚ। ਅੱਜ ਮੈਂ ਬਾਰ-ਬਾਰ ਉਹ ਦੁਹਰਾ ਰਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਤੋਂ ਸਭ ਤੋਂ ਜ਼ਿਆਦਾ ਵਿਰੋਧ ਦਾ ਸਾਹਮਣਾ ਪੰਜਾਬ 'ਚ ਹੀ ਝੱਲਣਾ ਪੈ ਰਿਹਾ। ਪੰਜਾਬ ਮੋਹਰੀ ਹੈ, ਉਸ ਹਾਲਾਤ ਦੇ ਵਿੱਚ ਇਹ ਬ੍ਰਿਜ ਬਣਨਾ ਜ਼ਰੂਰੀ ਹੈ, ਜੋ ਕਿ ਤੁਸੀਂ ਕਹਿ ਰਹੇ ਹੋ। ਪਹਿਲਾਂ ਸਾਨੂੰ ਸਮਝਾਓ, ਫਿਰ ਅੱਗੇ ਅਸੀਂ ਗੱਲ ਕਰਾਂਗੇ। ਗੱਲ ਇਦਾਂ ਹੈ ਕਿ ਪੰਜਾਬ ਬੀਜੇਪੀ ਜੇ ਮੰਨ ਲਓ ਅਸ਼ਵਨੀ ਸ਼ਰਮਾ ਜੀ ਪ੍ਰਧਾਨ ਨੇ, ਪੰਜਾਬ ਪੂਰੀ ਬੀਜੇਪੀ ਦੀ ਪਾਰਟੀ, ਮੈਂ ਇਕੱਲਾ ਤਾਂ ਨਹੀਂ ਲੈ ਕੇ ਬੀਜੇਪੀ, ਮੈਂ ਜੇ ਗੱਲ ਕਰ ਰਿਹਾ ਕਿ ਅਸੀਂ ਸਮਝਾਓ ਤੇ ਅਸੀਂ ਲੈ ਕੇ ਜਾਣ, ਤਾਂ ਮਤਲਬ ਬੀਜੇਪੀ ਪੰਜਾਬ ਨਾਲ ਸਾਡੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ। ਜਦੋਂ ਸਾਡੀ ਟੀਮ ਉਹਨਾਂ ਨੂੰ ਲੈ ਕੇ ਜਾਏਗੀ, ਪਹਿਲਾਂ ਅਸੀਂ ਵੀ ਤਾਂ ਦੱਸੀਏ ਨਾ ਕਿ ਅਸੀਂ ਇਸ ਕਰਕੇ ਆ ਤੁਹਾਡੇ ਕਾਨੂੰਨਾਂ ਦੇ ਵਿੱਚ ਆ ਗਲਤੀ ਆ, ਔਰ ਕਿਸਾਨ ਜਿਹੜੇ ਬਿਲਕੁਲ ਠੀਕ ਕਹਿ ਰਹੇ ਆ, ਇਹ ਸਾਨੂੰ ਕਹਿਣਾ ਪਊਗਾ ਨਾ। ਕਦੋਂ ਕਹੂੰਗਾ? ਜਦੋਂ ਮੈਨੂੰ ਪਤਾ ਹੋਊਗਾ। ਇਹੀ ਮੈਂ ਤੁਹਾਡੇ ਮਾਧਿਅਮ ਦੇ ਨਾਲ ਕਹਿਣਾ ਚਾਹ ਰਿਹਾ। ਇੱਕ ਹੋਰ ਸਵਾਲ ਹੈ, ਉਸ ਵਕਤ ਜਦੋਂ ਕਿ ਤੁਹਾਡੇ ਜਿਹੜੇ ਕੌਮੀ ਪ੍ਰਧਾਨ ਨੇ ਜਗਤ ਪ੍ਰਕਾਸ਼ ਨੱਡਾ ਸਾਹਿਬ ਸਟੇਜ ਤੋਂ ਬੋਲ ਦਿੰਦੇ ਨੇ ਵੀ ਜਿਹੜਾ ਐਜੀਟੇਸ਼ਨ ਕਰ ਰਿਹਾ ਉਹ ਕਿਸਾਨ ਨਹੀਂ ਤਾਂ ਵਿਚੌਲੀਏ ਹੈਗੇ ਨੇ, ਮਿਡਲਮੈਨ ਐਜੀਟੇਸ਼ਨ ਕਰ ਰਹੇ ਨੇ। ਮਾਲ ਗੱਡੀਆਂ ਤੁਸੀਂ ਰੋਕ ਦਿੰਦੀ ਹੈ ਕੇਂਦਰ, ਅੱਜ ਦੀ ਖਬਰ ਹੈਗੀ ਹੈ ਮਾਲ ਗੱਡੀਆਂ ਰੋਕਤੀਆਂ ਗਈਆਂ ਨੇ। ਹੁਣ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿੱਚ ਪੰਜਾਬੀ ਪੋਲੀਟੀਸ਼ੀਅਨਸ ਦੇ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ। ਅਕਾਲੀ ਦਲ ਤੁਹਾਡੀ ਭਾਈਵਾਲ ਪਾਰਟੀ ਹੁੰਦੀ ਸੀ, ਉਹਨੇ ਇੱਥੋਂ ਤੱਕ ਕਹਿਤਾ ਵੀ ਕੇਂਦਰ ਵਿਤਕਰਾ ਕਰ ਰਿਹਾ। ਕੇਂਦਰ ਦੀ ਨੀਅਤ ਜਾਂ ਗੁੱਸਾ ਆ ਗਿਆ ਲੱਗਦਾ ਕਿਸਾਨਾਂ ਦੇ ਪ੍ਰਤੀ। ਮਾਲ ਗੱਡੀਆਂ ਸਾਡੀਆਂ ਰੋਕਤੀਆਂ ਜਾਂਦੀਆਂ ਨੇ, ਸਾਨੂੰ ਸਟੇਜਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਐਵੇਂ ਤੱਕ ਕਹਿੰਦੇ ਨੇ ਵੀ ਇਹ ਕਿਸਾਨ ਨਹੀਂ ਹੈਗੇ ਨੇ, ਤੁਸੀਂ ਉਹਨਾਂ ਦੇ ਕਿਰਦਾਰ ਉੱਤੇ ਸ਼ੱਕ ਕਰਦੇ ਹੋ। ਇਸ ਗੱਲ ਦਾ ਗੁੱਸਾ, ਤਾਂ ਹੀ ਇਹ ਆਪਸ ਦੇ ਵਿੱਚ ਰਾਬਤਾ ਕਾਇਮ ਨਹੀਂ ਹੋ ਪਾ ਰਿਹਾ। ਕੇਂਦਰ ਸਰਕਾਰ ਨੇ ਕਿਤੇ ਮਾਲ ਗੱਡੀਆਂ ਨਹੀਂ ਰੋਕੀਆਂ, ਮੈਂ ਬੜੇ ਜ਼ਿੰਮੇਵਾਰੀ ਨਾਲ ਕਹਿ ਰਿਹਾ। ਉਹਨਾਂ ਨੇ ਕਹਿਤਾ ਵੀ ਅਸੀਂ ਪੰਜਾਬ 'ਚ ਨਹੀਂ ਭੇਜਾਂਗੇ ਮਾਲ ਗੱਡੀਆਂ। ਉਹਨਾਂ ਨੇ ਇਹ ਵੀ ਨਹੀਂ ਕਿਹਾ, ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਕਲੀਅਰੈਂਸ ਮੰਗੀ। ਜਦੋਂ ਲੰਬੇ ਸਮੇਂ ਤੋਂ ਇੱਕ ਐਜੀਟੇਸ਼ਨ ਚੱਲਦੀ ਹੁੰਦੀ ਹੈ ਔਰ ਸਰਕਾਰ ਉਹਦੇ ਤੇ ਲਾਈਨਾਂ ਤੇ ਲੋਕ ਬੈਠੇ ਹੋਣਗੇ, ਤੇ ਉਹਦੀ ਰਿਪੋਰਟ ਕੌਣ ਕਰਦਾ? ਸੂਬਾ ਸਰਕਾਰ ਨੇ ਦੱਸਣਾ ਹੁੰਦਾ ਕਿ ਇੱਥੋਂ ਹੁਣ ਕਲੀਅਰ ਹੈ, ਔਰ ਉਹਦੀ ਕਲੀਅਰੈਂਸ ਕਿਹਨੇ ਭੇਜਣੀ ਹੈ?
ਸੂਬਾ ਸਰਕਾਰ ਨੇ। ਇੱਥੇ ਵੀ ਕੇਂਦਰ ਸਰਕਾਰ ਦੀ ਗਲਤੀ ਨਹੀਂ ਹੈ, ਸੂਬਾ ਸਰਕਾਰ ਨੂੰ ਤੁਸੀਂ ਭੇਜ ਦੇਵੇ ਨਾ, ਕੀ ਤੁਸੀਂ ਚੀਜ਼ ਹੈ, ਪੁੱਛੋ ਨਾ ਕਲੀਅਰੈਂਸ ਦੇ ਕਾਰਨ ਮਾਲ ਗੱਡੀਆਂ ਰੁਕੀਆਂ ਗਈਆਂ ਨੇ। ਬਿਲਕੁਲ ਕਿਉਂ ਨਹੀਂ ਕਲੀਅਰੈਂਸ? ਤੋਂ ਇੱਕ ਸਿਸਟਮ ਹੁੰਦਾ, ਫੈਡਰਲ ਸਿਸਟਮ ਚੱਲਦਾ ਆ। ਅਗਰ ਕੇਂਦਰ ਸਰਕਾਰ ਨੇ ਕਿਤੇ ਕਲੀਅਰੈਂਸ ਲੈਣੀ ਤੇ ਕਿਹਦੇ ਕੋਲ ਲੈਣੀ? ਸੂਬਾ ਸਰਕਾਰ ਤੋਂ। ਕੱਲ ਨੂੰ ਕੋਈ ਵਾਰਦਾਤ ਹੋ ਜਾਏ, ਕੌਣ ਜ਼ਿੰਮੇਵਾਰ ਹੈ? ਇੱਥੇ ਡਾਕਟਰ ਅੰਬੇਡਕਰ ਦੇ ਉੱਤੇ ਗਏ ਸਟੈਚੂ ਦੇ ਉੱਤੇ ਫੜ ਕੇ ਕੁੱਟ ਦਿੱਤਾ ਦਲਿਤ ਆਦਮੀ ਨੂੰ, ਠੀਕ ਹੈ, ਉਹਦਾ ਹਾਰ ਲਾ ਕੇ ਸਿੱਟ ਦਿੱਤੇ, ਅੱਜ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਔਰ ਪੁਲਿਸ ਦੇ ਸਾਹਮਣੇ ਹੋਈ ਜਾਂਦੀ। ਮੈਨ ਹੈਂਡਲਿੰਗ ਇੱਥੇ ਤੱਕ ਆ ਗਈ ਆ। ਅਗਰ ਉੱਥੇ ਹੱਥੋਂ ਪਾਈ ਹੁੰਦੀ ਆ, ਕੁੱਟਿਆ ਜਾਂਦਾ, ਸਾਡੀ ਐਸਸੀ ਜੋ ਜਿਹੜੀ ਬੰਦੇ ਨੂੰ ਕੁੱਟਿਆ ਜਾਂਦਾ, ਜਰਨਲ ਜਿਹੜੀ ਲੇਡੀ ਹੈ ਪ੍ਰਧਾਨ, ਉਹਦੀ ਬਾਹ ਤੋੜ ਦਿੱਤੀ ਜਾਂਦੀ ਹੈ। ਤੁਸੀਂ ਦੋ ਇਸ਼ੂਜ਼ ਨੂੰ ਮਿਕਸ ਕਰ ਰਹੇ ਹੋ ਨਾ। ਮੇਰਾ ਸਵਾਲ ਇਹੀ ਸੀ ਨਾ ਵੀ ਬੀਜੇਪੀ ਦੋ ਇਸ਼ੂਜ਼ ਨੂੰ ਮਿਕਸ ਕਰ ਰਹੀ। ਤੁਸੀਂ ਗੱਲ ਬਿਲਕੁਲ ਠੀਕ ਕਹਿ ਰਹੇ ਹੋ। ਜਿਹੜੇ ਅਤਿਆਚਾਰ ਹੋ ਰਹੇ ਨੇ, ਐਟਰੋਸਿਟੀਜ਼ ਦਲਿਤਾਂ ਤੇ ਹੋ ਰਹੀਆਂ ਨੇ, ਉਹ ਬਿਲਕੁਲ ਤੁਹਾਡੀ ਗੱਲ ਆਪਣੀ ਥਾਂ ਬਿਲਕੁਲ ਸਹੀ ਹੈ, ਮੈਂ ਉਹਦੇ ਚ ਗੱਲ ਨਹੀਂ ਕਰ ਰਿਹਾ। ਮੈਂ ਤਾਂ ਕਹਿ ਰਿਹਾ ਵੀ ਜਿਹੜੇ ਕੌਨਫੀਡੈਂਸ ਬਿਲਡਿੰਗ ਮੇਜਰ CBMs ਹੁੰਦੇ ਨੇ, ਤੁਹਾਡੇ ਪ੍ਰਧਾਨ ਸਟੇਜ ਤੋਂ ਕੁਝ ਹੋਰ ਭਾਸ਼ਾ ਬੋਲਦੇ ਨੇ, ਤੁਸੀਂ ਇੱਥੇ ਸਟੇਟ ਦੇ ਵਿੱਚ ਕੁਝ ਹੋਰ ਭਾਸ਼ਾ ਬੋਲਦੇ ਹੋ, ਮਾਲ ਗੱਡੀਆਂ ਨੂੰ ਰੋਕਤਾ ਜਾਂਦਾ, ਇਹ ਪ੍ਰਭਾਵ ਜਾ ਰਿਹਾ, ਇਹਨੂੰ ਕਲੈਰੀਫਾਈ ਕਰੋ। ਮੈਂ ਕਹਿ ਰਿਹਾ ਕਿ ਨਾ ਕਿਤੇ ਕਿਸੇ ਨੇ ਕੋਈ ਗਲਤ ਭਾਸ਼ਾ ਨਹੀਂ ਇਸਤੇਮਾਲ ਕੀਤੀ ਔਰ ਨਾ ਮਾਲ ਗੱਡੀਆਂ ਰੋਕੀਆਂ ਗਈਆਂ। ਇੱਕ ਜਿਹੜਾ ਸੂਬੇ ਦਾ ਇੱਕ ਜ਼ਿੰਮੇਵਾਰੀ ਹੁੰਦੀ ਆ ਔਰ ਦੱਸਣਾ ਹੁੰਦਾ ਕਿ ਅਸੀਂ ਕਲੀਅਰੈਂਸ ਦੇਣੀ ਹੁੰਦੀ ਆ। ਉਹ ਕਲੀਅਰੈਂਸ ਦੇਣ 'ਚ ਕੀ ਹਰਜ ਆ? ਕਿਉਂ ਨਹੀਂ ਦਿੱਤੀ ਜਾਂਦੀ? ਕਲੀਅਰੈਂਸ ਦੇਣ ਦਾ ਕੰਮ ਕਿਹਦਾ ਆ? ਉਹ ਸੂਬਾ ਸਰਕਾਰ ਦਾ ਆ। ਸੂਬਾ ਸਰਕਾਰ ਜ਼ਿੰਮੇਵਾਰ ਹੈ। ਮਾਲ ਗੱਡੀਆਂ ਜਿਹੜੀਆਂ ਕੇਂਦਰ ਸਰਕਾਰ ਮੰਨ ਲਓ ਕਿ ਕਿਉਂ ਨਹੀਂ ਕਲੀਅਰੈਂਸ ਦਿੱਤੀ? ਆਖਰ ਉਹਦੇ ਤੇ ਲਾਅ ਐਂਡ ਆਰਡਰ ਮੇਨਟੇਨ ਕਿਨ ਕਰਨਾ ਹੁੰਦਾ? ਲਾਈਨਾਂ ਦੇ ਉੱਤੇ ਜਿਹੜੀ ਬਾਕੀ ਜਿਹੜਾ ਲਾਅ ਐਂਡ ਮੇਨਟੇਨ ਰਹੇ, ਉਹਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ, ਉਹਦੀ ਕਲੀਅਰੈਂਸ ਦੇਣੀ ਹੁੰਦੀ ਹੈ। ਕਿਉਂ ਨਹੀਂ ਦਿੱਤੀ? ਜਦੋਂ ਦੇ ਦੇਗੀ ਤਾਂ ਕਰ ਦੇਣਗੇ। ਉਹਦੀ ਕੀ ਹੋਣੀ, ਦੇ ਦੇਵੇ, ਹੋਣੀ ਤੋਂ ਸ਼ਾਮ ਤੱਕ ਗੱਡੀਆਂ ਆ ਜਾਣਗੀਆਂ। ਇਹ ਤਾਂ ਇੱਕ ਫੈਡਰਲ ਸਿਸਟਮ ਹੈ, ਇੱਕ ਮੇਰਾ ਇਕੱਲੇ ਦਾ ਜਾਂ ਕਿਸੇ ਦਾ ਕਾਨੂੰਨ ਨਹੀਂ, ਇੱਕ ਰੂਟੀਨ ਸਿਸਟਮ ਹੈ, ਇਹਦੇ 'ਚ ਕੋਈ ਐਕਸਟਰਾਆਰਡੀਨਰੀ ਨਹੀਂ ਹੈ। ਇਹ ਜਦੋਂ ਕਿਤੇ ਵੀ ਰਸਤੇ ਰੋਕੇ ਜਾਂਦੇ, ਕਲੀਅਰੈਂਸ ਦਿੱਤੀਆਂ ਜਾਂਦੀਆਂ ਆ ਔਰ ਕਿ ਆਓ ਜੀ ਅਸੀਂ ਭੇਜਦੇ ਹਾਂ, ਅਸੀਂ ਬੈਠੇ ਹਾਂ ਸੰਭਲਣ ਲਈ, ਰਿਸਪੌਂਸਿਬਿਲਟੀ ਵੀ ਫਿਕਸ ਕੀਤੀ ਜਾਂਦੀ ਆ। ਉਹਦੇ ਤੇ ਪੰਜਾਬ ਸੂਬਾ ਸਰਕਾਰ ਕਿਉਂ ਦੌੜਦੀ ਜਾਂਦੀ ਹੈ? ਇਹਦਾ ਮਤਲਬ ਗੱਡੀਆਂ ਆ ਜਾਣ, ਰਾਹ 'ਚ ਕੋਈ ਲੁੱਟ ਲਵੇ, ਕੌਣ ਜ਼ਿੰਮੇਵਾਰ ਹੈ? ਹੂ ਇਜ਼ ਰਿਸਪੌਂਸਿਬਲ? ਚਲੋ ਇੱਥੇ ਇਹ ਗੱਲ ਤੁਹਾਡੀ ਮੰਨ ਲਈ, ਠੀਕ ਹੈ। ਆਈ ਥਿੰਕ ਯੂ ਮੇ ਬੀ ਰਾਈਟ ਹੇਅਰ। ਵੀ ਕਲੀਅਰੈਂਸ ਦਾ ਰੌਲਾ ਹੈ, ਕਿਉਂਕਿ ਅੱਜ ਜਿਸ ਕਿਸਮ ਦੇ ਸਿਆਸੀ ਬਿਆਨ ਆ ਰਹੇ ਨੇ, ਉਸ ਦਾ ਤਾਂ ਐਵੇਂ ਲੱਗਦਾ ਵੀ ਕੇਂਦਰ ਪਤਾ ਨਹੀਂ ਕਿੱਡਾ ਵੱਡਾ ਵਿਤਕਰਾ ਪੰਜਾਬ ਦੇ ਨਾਲ ਕਰ ਰਿਹਾ, ਪੰਜਾਬ ਦੇ ਪ੍ਰਤੀ ਉਹਦੀ ਨੀਅਤ ਦੇ ਵਿੱਚ ਕਿਸ ਕਿਸਮ ਦੀ ਜਿਹੜੇ ਸ਼ੱਕ ਪੈਦਾ ਕੀਤੇ ਜਾ ਰਹੇ ਨੇ। ਸਿਆਸੀ ਸਟੇਟਮੈਂਟਾਂ ਦੀ ਗੱਲ ਕਰ ਰਿਹਾ, ਉਹਦੇ 'ਚ ਅਕਾਲੀ ਦਲ ਤੇ ਸਾਰੀ ਹੋਰ ਪਾਰਟੀਆਂ ਸ਼ਾਮਲ ਨੇ। ਲੇਕਿਨ ਮੈਂ ਤੁਹਾਡੇ ਤੋਂ ਇਹ ਜ਼ਰੂਰ ਜਾਣਨਾ ਚਾਹਾਂਗਾ ਵੀ ਹੁਣ ਭਾਰਤੀ ਜਨਤਾ ਪਾਰਟੀ ਜੋ ਕਿ ਅਕਾਲੀ ਦਲ ਦੇ ਨਾਲ ਮਿਲ ਕੇ ਤੁਰਿਆ ਕਰਦੀ ਸੀ, ਹੁਣ ਉਹ ਜਿਹੜੀ ਵਿਸਾਖੀ ਕਹਿ ਲਓ, ਚਾਹੇ ਅਕਾਲੀ ਦਲ ਨੂੰ ਬੀਜੇਪੀ ਦੀ ਵਿਸਾਖੀ ਸੀ ਜਾਂ ਬੀਜੇਪੀ ਨੂੰ ਅਕਾਲੀ ਦਲ ਦੀ ਵਿਸਾਖੀ ਸੀ, ਉਹ ਹਟ ਚੁੱਕੀ ਹੈ। ਉਸ ਹਾਲਾਤ ਦੇ ਵਿੱਚ ਨਵਾਂ ਸਿਆਸੀ ਆਧਾਰ ਕੀ ਹੋਏਗਾ? ਕੀ ਉਸੇ ਕਵਾਇਦ ਦਾ ਹਿੱਸਾ ਹੈ ਵੀ ਵਿਜੇ ਸਾਂਪਲਾ ਤੇ ਭਾਰਤੀ ਜਨਤਾ ਪਾਰਟੀ ਵੱਖਰੇ ਕਿਸਮ ਦੇ ਇਸ਼ੂਜ਼ ਟੱਚ ਕਰੇ? ਕਿਸਾਨਾਂ ਦੇ ਇਸ਼ੂ ਨੂੰ ਜਿਹੜਾ ਐਡਾ ਬਰਨਿੰਗ ਇਸ਼ੂ ਆਪਾਂ ਐਡਰੈਸ ਨਹੀਂ ਕਰਨਾ ਚਾਹ ਰਹੇ, ਲੇਕਿਨ ਆਲੇ ਜਿਹੜੇ ਇਸ਼ੂਜ਼ ਨੇ ਸਟੇਟ ਦੇ ਲਾਅ ਐਂਡ ਆਰਡਰ ਨਾਲ ਜੁੜੇ, ਦਲਿਤ ਅਤਿਆਚਾਰਾਂ ਦੇ ਮੁੱਦੇ, ਇਹਨਾਂ ਨੂੰ ਤੁਸੀਂ ਉਠਾ ਰਹੇ ਹੋ। ਐਸਾ ਨਹੀਂ ਹੈ, ਅਸੀਂ ਕਿਸਾਨਾਂ ਦੇ ਮੁੱਦਿਆਂ ਨੂੰ ਵੀ ਪੂਰੀ ਤਰ੍ਹਾਂ ਉਠਾ ਰਹੇ ਹਾਂ ਔਰ ਅਸੀਂ ਉਹ ਜਿਹੜੇ ਕਿਸਾਨ ਦੇ ਜਿਹੜੇ ਬਿੱਲ ਕੀ ਹੈ ਤੇ ਕਹਿੰਦੇ ਕੀ ਹੈ, ਬਿੱਲ ਕਹਿੰਦੇ ਕੀ? ਅੱਜ ਤੱਕ ਕੋਈ ਇੱਕ ਮੀਡੀਆ ਦਾ ਚੈਨਲ ਮੈਨੂੰ ਦੱਸ ਦੇ ਜਿਹਨੇ ਕਿਸੇ ਵੀ ਕਲੌਜ਼ ਦੇ ਉੱਤੇ, ਧਾਰਾ ਦੇ ਉੱਤੇ ਕੋਈ ਡਿਸਕਸ਼ਨ ਕੀਤੀ ਹੋਵੇ। ਕਿਸਾਨ ਵਿਰੋਧ ਉਹਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਬਿੱਲ ਕੀ ਆ ਉਹ ਕੋਈ ਨਹੀਂ ਸਮਝਾਉਣ ਰਿਹਾ। ਅਸੀਂ ਉਹ ਵੀ ਸਮਝਾਵਾਂਗੇ, ਜਿਹੜੀ ਅਸੀਂ ਸਮਝਾਵਾਂਗੇ। ਹੁਣ ਉਹਦੇ ਜਦੋਂ ਤੁਸੀਂ ਸਾਨੂੰ ਸਮਝਾਓਗੇ, ਤੁਸੀਂ ਉਹਦੇ ਤੇ ਵੀ ਆਕਰੋਸ਼ ਹੈ, ਪਰ ਗੱਲ ਤਾਂ ਕਿਤੇ ਨਾ ਕਿਤੇ ਸਿਸਟਮ 'ਚ ਆਉਣੀ ਪੈਣੀ। ਜਾਂ ਸਾਨੂੰ ਸਮਝਾ ਦਿਓ ਜਾਂ ਸਾਡੇ ਤੋਂ ਸਮਝ ਲਓ। ਔਰ ਕੰਟਰੈਕਟ ਫਾਰਮਿੰਗ ਜਿਹੜੀਆਂ 2013 ਦੇ ਵਿੱਚ ਹੋਈ ਸੀ, ਅੱਜ ਤੱਕ ਤਾਂ ਕਦੀ ਤੁਹਾਨੂੰ ਅਡਾਨੀ ਅੰਬਾਨੀ ਨਹੀਂ ਯਾਦ ਆਇਆ? 2017 'ਚ ਪੰਜਾਬ ਸਰਕਾਰ ਨੇ ਲਾਗੂ ਕਰਤਾ। ਉਹੀ ਕਾਨੂੰਨ ਅਗਰ ਕੇਂਦਰ 'ਚ ਹੋ ਜਾਂਦਾ ਤਾਂ ਆਕਰੋਸ਼ ਹੋ ਜਾਂਦਾ, ਜਿਹੜਾ ਇੱਥੇ ਚੱਲਦਾ ਰਹਿੰਦਾ ਉਦੋਂ ਆਕਰੋਸ਼ ਨਹੀਂ ਹੁੰਦਾ। ਉਹਦਾ ਕਾਰਨ ਕੀ ਹੈ? ਕਿਸਾਨਾਂ ਨੂੰ ਭੜਕਾ ਰਿਹਾ। ਕੌਣ ਭੜਕਾ ਰਿਹਾ? ਨਹੀਂ, ਕਿਸਾਨ ਐਡਾ ਵੀ ਸਿੱਧਾ ਨਹੀਂ ਪਹਿਲਾਂ ਮੈਨੂੰ ਇਹ ਦੱਸੋ, ਆਪਾਂ ਇਹਨਾਂ ਨੇ ਕਿਸਾਨਾਂ ਨੂੰ ਭੜਕਾ ਰਿਹਾ ਹੈ। ਕਿਸਾਨ ਨੂੰ ਵੀ ਸਿਆਸਤ ਦਿਸ ਰਹੀ ਹੈ, ਚਾਹੇ ਕਾਂਗਰਸ ਕਰ ਰਹੀ ਹੈ, ਚਾਹੇ ਅਕਾਲੀ ਦਲ ਕਰ ਰਹੀ ਹੈ। ਟਰੈਕਟਰਾਂ ਤੇ ਚੜ ਕੇ ਰਾਹੁਲ ਗਾਂਧੀ ਤੇ ਸੁਖਬੀਰ ਬਾਦਲ ਨੇ ਜੋ ਕੀਤਾ, ਕਿਸਾਨ ਤਾਂ ਸਮਝ ਰਿਹਾ ਉਸ ਚੀਜ਼ ਨੂੰ, ਠੀਕ ਹੈ ਨਾ। ਲੇਕਿਨ ਆ ਨੂਰਾ ਕੁਸ਼ਤੀ ਜਿਹੜੀ ਸਿਆਸੀ ਹੋ ਰਹੀ ਹੈ, ਉਹਦੇ ਵਿੱਚ ਕਿਸਾਨਾਂ ਦਾ ਮੁੱਦਾ ਤੁਸੀਂ ਨਹੀਂ ਐਡਰੈਸ ਕਰ ਪਾ ਰਹੇ। ਉਹਦੀ ਗੱਲ ਕਰਨ ਲੱਗਾ। 2013 'ਚ ਕੰਟਰੈਕਟ ਫਾਰਮਿੰਗ ਲਾਗੂ ਹੋ ਗਈ, ਕਿਸੇ ਨੂੰ ਨੁਕਸ ਨਹੀਂ ਲੱਗਾ। ਹੁਣ ਤਾਂ 25 ਨੁਕਸ ਨਜ਼ਰ ਆਉਂਦੇ, ਜਿਹੜਾ ਹਾਲੇ ਲਾਗੂ ਵੀ ਨਹੀਂ ਹੋਇਆ। ਉਹ 'ਚ 2017 'ਚ ਇਹ ਲਾਗੂ ਹੋ ਗਿਆ। 2017 ਦੇ ਵਿੱਚ ਇਹ ਲਾਗੂ ਹੋ ਗਿਆ। ਸਬਜ਼ੀਆਂ ਦੀ ਮੰਡੀਆਂ ਤੇ ਹੋਇਆ ਸੀ ਜੀ। ਜਿਹੜਾ ਕੰਟਰੈਕਟ ਫਾਰਮਿੰਗ ਜਿਹੜੀ ਹੈ, ਕੰਟਰੈਕਟ ਫਾਰਮਿੰਗ
ਕਿਸੇ ਤੇ ਵੀ ਹੋਇਆ ਨੁਕਸਾਨ ਜਿਹੜੇ ਅੱਜ ਦੱਸੇ ਜਾ ਰਹੇ ਨਾ ਉਹ ਸਾਰੇ ਉਸੇ 2013 ਦੇ ਕੰਟਰੈਕਟ ਦੇ ਉੱਤੇ ਦੱਸੇ ਜਾ ਰਹੇ 2013 ਦਾ ਜਿਹੜਾ ਐਕਟ ਸੀਗਾ ਨਾ ਜੀ ਉਹ ਲਾਗੂ ਨਹੀਂ ਹੋਇਆ ਸੀ, ਮੈਂ ਤੁਹਾਨੂੰ ਦੱਸ ਦਵਾਂ, ਉਹ ਵੀ ਲਾਗੂ ਵਿਰੋਧ ਹੋਇਆ। ਸ਼ੁਰੂ ਹੋ ਗਿਆ ਸੀਗਾ। ਉਹ ਕਾਨੂੰਨ ਬਣਿਆ ਸੀਗਾ ਲੇਕਿਨ ਉਹ ਵਾਪਸ ਲੈਣਾ ਪਿਆ ਸੀਗਾ ਕਿਉਂਕਿ ਕਿਸਾਨ ਉਸ ਵਕਤ ਦੇਖिए ਅੱਜ ਦੀ ਡੇਟ 'ਚ ਤੁਸੀਂ ਗਲਤ ਕਹਿ ਸਕਦੇ ਹੋ, ਮੈਂ ਕਹਿ ਰਿਹਾ ਕਿ 2013 'ਚ ਵੀ ਲਾਗੂ ਹੋਇਆ ਨਹੀਂ ਕੰਟਰੈਕਟ ਹੋਇਆ। ਫਾਰਮਿੰਗ ਦਾ ਇੱਕ ਗੱਲਬਾਤ ਹੈ, ਅਸੀਂ ਇਸ ਨੂੰ ਇਨਵਾਈਟ ਕਰ ਚੁੱਕੇ ਪਹਿਲਾਂ 2017 ਦੇ ਵਿੱਚ 17 ਚ ਲਾਗੂ ਓਪਨ ਹੋਇਆ ਮੰਡੀ ਦਾ ਹੋਇਆ, ਓਪਨ ਮੰਡੀ ਦਾ ਹੋਇਆ, ਅੱਜ ਈਨਾਮ ਦੇ ਤਹਿਤ ਹੋਇਆ ਸੀ, ਸਬਜ਼ੀ ਮੰਡੀਆਂ ਲਈ ਹੋਇਆ ਸੀ। 19 ਦੇ ਵਿੱਚ ਜਿਹੜਾ ਕਾਂਗਰਸ ਦਾ ਮੈਨੀਫੈਸਟੋ ਸੀ ਉਹਦੇ ਵਿੱਚ ਹੋ ਸਕਦਾ ਹੈ, ਉਹਦੇ 'ਚ ਕੋਈ ਵੱਡੀ ਗੱਲ ਨਹੀਂ, ਠੀਕ ਕਹਿ ਰਹੇ ਆਮ ਹੋ ਤੁਸੀਂ। ਆਦਮੀ ਪਾਰਟੀ ਦਾ ਵੀ ਮੈਨੀਫੈਸਟੋ ਹੋਈ ਸੀ ਕਿ ਅਸੀਂ ਜਿਹੜਾ ਓਪਨ ਮਾਰਕੀਟ ਕਰਾਂਗੇ, ਠੀਕ ਹੈ। ਉਸ ਵੇਲੇ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ, ਉਹਦਾ ਕਿਸੇ ਦਾ ਵਿਰੋਧ ਨਹੀਂ ਹੁੰਦਾ। ਲੇਕਿਨ ਚਲੋ ਇੱਕ ਮਿੰਟ ਲਈ ਤੁਹਾਡੇ ਸਾਰੇ ਲੌਜੀਕ ਮੰਨ ਲਏ, ਇਹ ਮੰਨ ਲਿਆ ਵੀ ਆ ਬੀਜੇਪੀ ਠੀਕ ਕਹਿ ਰਹੀ ਹੈ, ਤੁਹਾਡੀ ਸਰਕਾਰ, ਤੁਹਾਡੇ ਮੰਤਰੀ, ਤੁਹਾਡੇ ਪ੍ਰਧਾਨ ਮੰਤਰੀ ਦੀ ਨੀਅਤਾਂ ਸਾਫ਼ ਨੇ ਜਾਂ ਇਹ ਕਾਨੂੰਨ ਬਿਲਕੁਲ ਸਾਫ਼ ਨੇ, ਲੇਕਿਨ ਇੱਕ ਜਿਹੜਾ ਮਾਹੌਲ ਹੁੰਦਾ ਹੈ ਬੈਠ ਕੇ ਆਪਸ 'ਚ ਗੱਲਬਾਤ ਕਰਨਾ, ਉਹਦੇ ਵਿੱਚ ਇੱਕ ਲਗਾਤਾਰ ਜਿਹੜੀ ਕੁੜੱਤਣ, ਦੇਖੋ ਇਹੋ ਜਿਹੇ ਬਹੁਤ ਐਲੀਮੈਂਟ ਨੇ ਪੰਜਾਬ 'ਚ ਜੋ ਇਸ ਸਥਿਤੀ ਦਾ ਫਾਇਦਾ ਹਮੇਸ਼ਾ ਉਠਾਉਂਦੇ ਨੇ। ਅੱਜ ਐਂ ਲੱਗ ਰਿਹਾ ਵੀ ਪੰਜਾਬ ਵਰਸਸ ਸੈਂਟਰ, ਤੇ ਉਹਦੇ ਵਿੱਚ ਵੀ ਉਹਦੀ ਧਾਰਮਿਕ ਓਵਰਟੋਨਸ ਵੀ ਨੇ, ਤੁਸੀਂ ਇਸ ਨੂੰ ਇੱਕ ਕਾਸਟਿਸਟ ਐਂਗਲ ਤੋਂ ਚੀਜ਼ਾਂ ਨੂੰ ਕੁਝ ਹੈਂਡਲ ਕਰ ਰਹੇ ਹੋ, ਲੇਕਿਨ ਮੁੱਦਾ ਇਹ ਖੜਾ ਹੋ ਰਿਹਾ ਵੀ ਇਹ ਹਾਲਾਤ ਤਾਂ ਦੂਸਰੇ ਪਾਸੇ ਜਾ ਰਹੇ ਨੇ। ਇਹ ਕਹਿੰਦੇ ਮੈਂ ਨਾ ਮੰਨੂ, ਤੇ ਇਹ ਲੱਗ ਰਿਹਾ ਵੀ ਕਿ ਐਰੋਗੈਂਸ ਬਹੁਤ ਜ਼ਿਆਦਾ ਹੈਗੀ ਬੀਜੇਪੀ ਲੀਡਰਸ਼ਿਪ ਜਾਂ ਬੀਜੇਪੀ ਦੇ ਮੰਤਰੀ ਕੀ ਮੰਨਦੇ ਨਹੀਂ ਵੀ ਕਿਸਾਨਾਂ ਨਾਲ ਬੈਠੋ ਗੱਲ ਕਰੋ। ਕਿਤੇ ਐਰੋਗੈਂਸ ਨਹੀਂ, ਅਸੀਂ ਕਹਿੰਦੇ ਬੈਠਣ ਨੂੰ ਕੋਈ ਇਨਕਾਰ ਨਹੀਂ ਕਰ ਰਿਹਾ, ਕਿਤੇ ਵੀ ਬੈਠਣ ਨੂੰ ਕੋਈ ਇਨਕਾਰ ਨਹੀਂ ਕਰ ਰਿਹਾ। ਇਕਰਾਰ ਵੀ ਨਹੀਂ ਨਾ ਮੈਂ ਹੈਗਾ, ਕਹਿ ਰਿਹਾ- ਇੱਕ ਤਰੀਕਾ, ਇੱਕ ਸਲੀਕਾ, ਇੱਕ ਜ਼ਾਬਤਾ ਹੁੰਦਾ ਹੈ। ਮੈਂ ਵੀ ਇਹੀ ਕਹਿ ਰਿਹਾ, ਇੱਜ਼ਤ ਮਾਨ ਦੇ ਨਾਲ ਬੁਲਾਣਾ, ਕਿਸਾਨਾਂ ਦੇ ਨਾਲ ਬੈਠਣਾ। ਜੋ ਤੁਸੀਂ ਕਹਿ ਰਹੇ ਹੋ ਉਹੀ ਅਸੀਂ ਕਹਿ ਰਹੇ ਹਾਂ। ਜੇ ਮੰਨ ਲਓ ਲੋਕਲ ਯੂਨਿਟ ਮੰਨ ਲਓ ਕਿ ਅਸੀਂ ਜਾਂਦੇ ਨਾਲ ਕਿਸਾਨਾਂ ਦੀ ਗੱਲ ਨੂੰ ਕਰਕੇ, ਸਾਡਾ ਕਹਿਣ ਦਾ ਉਹਨਾਂ ਦੀ ਜੋ ਆਵਾਜ਼ ਕਿਸਾਨ ਕਹਿਣੀ ਚਾਹੁੰਦੇ ਸੀ, ਅਸੀਂ ਉਹਨਾਂ ਦੇ ਵਿੱਚ ਜਿਹੜੀ ਮਿਡਲ ਦੇ ਰੂਪ ਦੇ ਵਿੱਚ ਇੱਕ ਅੱਛਾ ਰੋਲ ਅਦਾ ਕਰਕੇ ਕਿਸਾਨਾਂ ਦਾ ਕਰ ਸਕਦੇ ਸੀ। ਪਰ ਕਿਸਾਨ ਸਾਡੇ ਨਾਲ ਗੱਲ ਹੀ ਨਹੀਂ ਕਰਨੀ ਚਾਹੁੰਦੇ ਕਿ ਉਹ ਸਾਨੂੰ ਕਹੇ ਨਾ ਕਿ ਚਲੋ ਵੀ ਬਾਂਹ ਫੜ ਕੇ ਚਲੋ ਸਾਡੇ ਨਾਲ ਅੱਗੇ। ਇਹਦਾ ਤੁਹਾਡੇ ਲਈ ਹੋਰ ਵੀ ਚਿੰਤਾ ਦਾ ਵਿਸ਼ਾ ਵੀ ਕਿਸਾਨ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ। ਉਹਦਾ ਕਾਰਨ ਕੀ ਸੀ? ਨਹੀਂ ਉਹ ਬੜਾ ਵੱਡਾ ਚਿੰਤਾ ਦਾ ਵਿਸ਼ਾ ਅਕਾਲੀ ਦਲ ਦੇ ਨਾਲ ਅਸੀਂ ਪੂਰੀ ਤਰ੍ਹਾਂ ਤੇ ਉਹਨਾਂ ਤੇ ਸੀਗੇ ਨਿਰਭਰ ਕਰਦੇ ਸੀ, ਔਰ 22 ਸਾਲ ਅਸੀਂ ਉਹਨਾਂ ਤੇ ਹੀ ਨਿਰਭਰ ਕੀਤਾ। ਅਸੀਂ ਅੱਜ ਤੱਕ ਕੋਈ ਨਾ ਸਾਡੇ ਕੋਲ ਕਦੀ ਕਿਸਾਨਾਂ ਦੇ ਲੈਵਲ ਦੀ ਕੋਈ ਨਾ ਚੇਅਰਮੈਨ ਨਹੀਂ ਹੁੰਦੀ ਸੀ, ਨਾ ਮਿਨਿਸਟਰੀ ਹੁੰਦੀ ਸੀ, ਨਾ ਕੁਝ ਨਹੀਂ ਸੀ ਹੁੰਦਾ, ਡਾਇਰੈਕਟਰ ਤੱਕ ਨਹੀਂ ਸੀ ਹੁੰਦੇ ਅਸੀਂ। ਉਹ ਸਾਰਾ ਕੁਝ ਅਸੀਂ ਡਿਪੈਂਡ ਕਰਦੇ ਸੀ ਅਕਾਲੀ ਦਲ ਤੇ। ਅਕਾਲੀ ਦਲ ਨੇ ਸਾਨੂੰ ਲਾਸਟ ਮੂਮੈਂਟ ਦੇ ਉੱਤੇ ਧੋਖਾ ਦਿੱਤਾ, ਵਿਸ਼ਵਾਸਘਾਤ ਕੀਤਾ, ਆਪਣਾ ਧਰਮ ਨਿਭਾਇਆ। ਉਹ ਤਾਂ ਕਹਿੰਦੇ ਨਾ ਆਪਣਾ ਧਰਮ ਨਿਭਾਇਆ। ਧਰਮ ਕਿੱਦਾਂ ਨਿਭਾਇਆ? ਤੁਹਾਡਾ ਠੀਕ ਹੈ, ਉਹ ਇੱਕ 5 ਦਿਨ ਪਹਿਲਾਂ ਬਾਦਲ ਸਾਹਿਬ ਕਹਿੰਦੇ ਗੱਠਜੋੜ ਦਾ ਧਰਮ ਨਾ ਨਿਭਾਣ, ਲੇਕਿਨ ਆਪਣਾ ਧਰਮ ਉਹਨਾਂ ਨੇ ਨਿਭਾਇਆ। ਕਿਸਾਨਾਂ ਦੇ ਪ੍ਰਤੀ ਤਾਂ ਵਫਾਦਾਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਨਾ, ਜਿਹਨੂੰ ਕਹਿ ਰਹੇ ਬੜੀ ਵੱਡੀ ਕੁਰਬਾਨੀ ਹੈ। ਉਹਨਾਂ ਨੇ ਅਲਾਇੰਸ ਛੱਡ ਕੇ, ਬਾਜ਼ਾਰ ਤਾਂ ਛੱਡ ਕੇ ਸਾਨੂੰ ਕਿਉਂ ਧੋਖੇ 'ਚ ਰੱਖਿਆ? ਇਹ ਤਾਂ ਤੁਸੀਂ ਧੋਖੇ 'ਚ ਰਹਿ ਰਹੇ ਸੀ ਨਾ। ਤੁਸੀਂ ਆਪਣਾ ਰੂਰਲ ਆਧਾਰ ਤਾਂ ਬੀਜੇਪੀ ਨੂੰ ਖੁਦ ਕ੍ਰੀਏਟ ਕਰਨਾ ਸੀ ਨਾ। ਅੱਜ ਮਹਿਸੂਸ ਹੋ ਰਿਹਾ ਵੀ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਤੋਂ ਇਲਾਵਾ, ਅਕਾਲੀ ਦਲ ਤੋਂ ਬਗੈਰ ਸੋਚ ਨਹੀਂ ਸਕਦੀ। ਪੰਜਾਬ ਬੀਜੇਪੀ ਦਾ ਕੋਈ ਵਿਅਕਤੀ ਕੈਬਨਿਟ 'ਚ ਨਹੀਂ ਸੀਗਾ। ਇਹ ਵੀ ਜਿਹੜਾ ਮਾਨ ਸਨਮਾਨ ਦੀ ਗੱਲ ਸੀ, ਅਗਰ ਪੰਜਾਬ ਤੋਂ ਕੈਬਨਿਟ 'ਚ ਸੀ ਤਾਂ ਅਕਾਲੀ ਦਲ ਦੀ ਬੀਬਾ ਹਰਸਿਮਰਤ ਸੀਗੀ। ਉਹਨਾਂ ਨੇ ਕੀਤਾ, ਜਿੱਥੇ ਤੱਕ ਇਹਨਾਂ ਦੇ ਕੋਈ ਸਵਾਲ ਸੀਗੇ ਉਹਨਾਂ ਦਾ ਵੀ ਜਵਾਬ ਦਿੱਤਾ। ਈਵਨ ਦੈਨ ਸੁਖਬੀਰ ਜੀ ਨੇ ਸਵਾਲ ਕੀਤਾ ਸੀ ਕੈਪਟਨ ਨੂੰ, ਕੇਂਦਰੀ ਮੰਤਰੀ ਨੂੰ, ਨਰਿੰਦਰ ਤੋਮਰ ਜੀ ਨੂੰ ਚਿੱਠੀ ਲਿਖੀ ਸੀ ਕਿ ਇਹਦੇ ਤੇ ਆ ਸ਼ੰਕਾਵਾਂ, ਔਰ ਉਹਨਾਂ ਨੇ ਉਹ ਚਿੱਠੀ ਦਾ ਜਵਾਬ ਦੇ ਵਿੱਚ ਕਿਹਾ ਕਿ ਅਸੀਂ ਤੁਹਾਡਾ ਆਸ਼ਵਾਸਨ ਦਿੰਨੇ ਆ। ਉਹਦੇ ਚਿੱਠੀ ਦੇ ਵਿੱਚ ਵੀ ਆਸ਼ਵਾਸਨ ਦਿੱਤਾ, ਉਹ ਤਾਂ ਪਹਿਲਾਂ ਖੁਦ ਵੀ ਦਿਖਾਉਂਦੇ ਰਹੇ, ਔਰ ਖੁਦ ਵੀ ਦਿਖਾਉਂਦੇ ਰਹੇ, ਔਰ ਸਭ ਕੁਝ ਕਰਨ ਦੇ ਬਾਵਜੂਦ ਵੀ ਲਾਸਟ ਮੂਮੈਂਟ ਤੇ ਤੁਸੀਂ ਕਹਿੰਦੇ ਧਰਮ ਨਿਭਾਤਾ। ਉਹਨਾਂ ਨੇ ਗਠਬੰਧਨ ਧਰਮ ਦੇ ਨਾਲ ਵਿਸ਼ਵਾਸਘਾਤ ਕੀਤਾ, ਔਰ ਜਿਹਦੇ ਕਰਕੇ ਅੱਜ ਸਾਨੂੰ ਪਿੰਡਾਂ ਦੇ ਵਿੱਚ ਅਸੀਂ ਤਾਂ ਕਦੀ ਗਏ ਹੀ ਨਹੀਂ, ਕਿਉਂਕਿ ਸਾਡਾ ਐਗਰੀਕਲਚਰ ਨਾਲ ਕਦੀ ਵਾਸਤਾ ਮੰਨਣ ਨੂੰ ਤਿਆਰ ਹੈਗਾ। ਇੱਕ ਤਰੀਕੇ ਨਾਲ ਸਾਡੀ ਗਲਤੀ ਆ ਕਿ ਅੱਜ ਤੱਕ ਅਸੀਂ ਐਗਰੀਕਲਚਰ ਸੈਕਟਰ 'ਚ ਸਾਨੂੰ ਜਾਣ ਵੀ ਨਹੀਂ ਦਿੱਤਾ, ਗਠਬੰਧਨ ਕਰਕੇ ਅਸੀਂ ਗਏ ਵੀ ਨਹੀਂ। ਔਰ ਹੁਣ ਸਾਨੂੰ ਇਸ ਮੌਕੇ ਤੇ ਸਾਨੂੰ ਛੱਡਿਆ ਜਦੋਂ ਕਿ ਸਾਨੂੰ ਉੱਥੇ ਜਾਣ ਦੀ ਲੋੜ ਸੀ, ਔਰ ਉਹਨਾਂ ਨੇ ਸ਼ਾਇਦ ਇਸੇ ਚੀਜ਼ ਦਾ ਫਾਇਦਾ ਉਠਾਇਆ ਕਿ ਇਸ ਮੌਕੇ ਤੇ ਅਸੀਂ ਬੀਜੇਪੀ ਨੂੰ ਜਾਣ ਨਹੀਂ ਦੇਵਾਂਗੇ ਤਾਂ ਸ਼ਾਇਦ ਪਿੰਡਾਂ 'ਚ ਜਾਏਗਾ ਨਹੀਂ। ਐਸਾ ਨਹੀਂ ਹੁੰਦਾ। ਲੇਕਿਨ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਐਗਰੀਰੀਅਨ ਇਕਨੋਮੀ, ਪੰਜਾਬ ਦਾ ਸੂਬਾ, ਕਿਸਾਨ ਪ੍ਰਧਾਨ ਸੂਬਾ, ਉਸ ਹਾਲਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਂਦ ਖਤਮ ਪੰਜਾਬ ਦੀ, ਪੰਜਾਬ ਵਿੱਚ ਬੀਜੇਪੀ ਦੀ ਨਾਲ ਲੈ ਕੇ ਕਿਵੇਂ ਲਓਗੇ? ਕਿਸਾਨਾਂ ਆਜ਼ਾਦ ਤਾਂ ਤੁਹਾਡਾ ਹੈ ਨਹੀਂ, ਦੀ ਗੱਲ ਕਰਕੇ ਕਿਹੜੇ ਹਿੱਸਿਆਂ ਦੇ ਹਿੱਤਾਂ ਦੀ ਤੁਹਾਡੇ ਨਾਲੋਂ ਬੈਠ ਕੇ ਗੱਲ ਕਰਕੇ ਤਿਆਰ ਨਹੀਂ, ਤੁਸੀਂ ਉਹਨਾਂ ਨਾਲ ਗੱਲ ਕਰਕੇ ਤਿਆਰ ਨਹੀਂ। ਮੈਂ ਤੁਸੀਂ ਵੀ ਮੰਨ ਚੁੱਕੇ ਹੋ। ਮੈਂ ਤੇ ਹਲੇ ਤੱਕ ਮੰਨਿਆ ਕਿ ਅੱਜ ਦੀ ਸਥਿਤੀ ਸਾਡੀ ਇਹ ਜ਼ਰੂਰ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਨਹੀਂ ਹੈ, ਪਰ ਆਉਣ ਵਾਲੇ ਸਮੇਂ 'ਚ ਇਹੀ ਕਿਸਾਨ ਵੀਰ ਜਦੋਂ ਇਹ ਹਕੀਕਤ ਨੂੰ, ਇਹ ਐਕਟਾਂ ਦੀ, ਤਿੰਨਾਂ ਦੀ ਐਕਟਾਂ ਦੀ ਹਕੀਕਤ ਨੂੰ ਜਾਣਨਗੇ, ਸਹੀ ਮਾਇਨੇ 'ਚ ਪਛਾਣਨਗੇ
ਤੇ ਜ਼ਰੂਰ ਸਾਡੇ ਨਾਲ ਸਾਡੀ ਗੱਲ ਨੂੰ ਵੀ ਮੰਨਣਗੇ ਔਰ ਇਹੀ ਮੋਦੀ ਸਾਹਿਬ ਦਾ ਧੰਨਵਾਦ ਵੀ ਕਰਨਗੇ ਜਦੋਂ ਇਹਨਾਂ ਦੇ ਖਾਤਿਆਂ 'ਚ ਤਿੱਗਣੇ ਪੈਸੇ ਜਾਣੇ ਸ਼ੁਰੂ ਹੋਏ ਨਾ ਫਸਲਾਂ ਦੇ। ਔਰ ਇਹਨਾਂ ਦੀ ਉਹ ਮੰਨ ਲਓ ਅੱਜ ਜਿਹੜੀ MSP ਦੀ ਗੱਲ ਕਰ ਰਹੇ ਸੀਗੇ ਉਹ ਹੁਣ ਜਿਹੜਾ ਤੁਸੀਂ ਇੱਥੇ ਵਿਧਾਨ ਸਭਾ 'ਚ ਪਾਸ ਕਰ ਉਹ ਤਾਂ ਤੁਸੀਂ 15 ਲੱਖ ਰੁਪਏ ਅਕਾਊਂਟ 'ਚ ਪਾਉਣ ਦੀ ਗੱਲ ਕਰਦੇ ਸੀ, ਲੋਕ ਹਲੇ ਅਰੇ ਕਹਿੰਦੇ ਨੇ ਤੁਸੀਂ ਫਿਰ ਕਿਤੇ ਉਹ ਜਿਹੜੇ ਜੁਮਲੇ ਨੇ ਨਾ ਸਬਜ਼ਬਾਗ ਬਹੁਤ ਦਿਖਾਉਂਦੇ ਹੋ ਤੁਸੀਂ। ਕਿਤੇ ਵੀ ਨਹੀਂ ਕਿਹਾ 15 ਲੱਖ ਰੁਪਏ ਖਾਤੇ 'ਚ ਬੋਲਿਆ ਸੀਗਾ, ਹੁਣ ਤੁਹਾਨੂੰ ਜੁਮਲਾ ਲੱਗ ਰਿਹਾ, ਹੁਣ ਤੁਸੀਂ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ ਹੈਗੀ। ਉਹ ਐਸੀ ਕੋਈ ਵੀਡੀਓ ਲਿਆਣ ਕੇ ਦਿਖਾਓ ਜਿਸ 'ਚ ਉਹਨਾਂ ਨੇ ਕਿਹਾ ਹੋਵੇ ਕਿ ਅਸੀਂ ਜਾਂ ਸਾਡੇ ਮੈਨੀਫੈਸਟੋ 'ਚ ਲਿਖਿਆ ਹੋਵੇ ਕਿ ਬਈ ਭਾਈ ਅਸੀਂ 15 ਲੱਖ ਰੁਪਏ। ਇਹ ਗੱਲ ਤੁਸੀਂ ਹੋ ਸਕਦਾ ਵੀ ਮੈਨੀਫੈਸਟੋ 'ਚ ਨਾ ਲਿਖਿਓ, ਲੇਕਿਨ ਵੀਡੀਓ ਦੀ ਗੱਲ ਨਾ ਕਰੋ, ਵੀਡੀਓ ਤਾਂ ਬਹੁਤ ਅਵੇਲੇਬਲ ਹੈ। ਉਦਾਂ ਦੀਆਂ ਤਾਂ ਤੁਰੀਆਂ ਉਹਨਾਂ ਨੇ ਇਹ ਕਿਹਾ ਸੀ ਕਿ ਜਿੰਨਾ ਪੈਸਾ ਬਾਹਰ ਪਿਆ ਅਗਰ ਇੱਕ ਬੰਦੇ ਦੇ ਖਾਤੇ 'ਚ ਪਾਇਆ ਜਾਵੇ ਤਾਂ 15 ਲੱਖ ਹੋ ਸਕਦਾ, ਇਤਨਾ ਕਿਹਾ ਇਸ ਤਰੀਕੇ ਇਹ ਤਾਂ ਕਿਹਾ ਸੀ ਨਾ, ਹੋ ਤਾਂ ਸਕਦਾ ਤੇ ਲੈ ਕੇ ਆਵਾਂਗਾ, ਇਹ ਵੀ ਬੋਲਿਆ ਸੀ ਨਾਲ ਲਿਆਏ ਨਾ ਖਾਤੇ 'ਚ ਆਏ, ਲੋਕ ਤਾਂ ਹੀ ਸਮਝੇ ਨੇ ਖਾਤੇ 'ਚ ਆ ਗਿਆ। ਆਣ ਦੀ ਗੱਲ ਕੀਤੀ ਹੈ ਉਹਦੇ 'ਚ ਅਸੀਂ ਵੀ ਕਹਿੰਦੇ ਲੈ ਕੇ ਆਣ ਦੀ ਕੀਤੀ, ਉਹ ਪ੍ਰੋਸੈਸ ਚੱਲ ਰਿਹਾ। ਉਹਨਾਂ ਦੇ ਤਿਗਣਾ ਫੇਰ ਇੱਕ ਵਾਰ ਤੁਸੀਂ ਕਹਿ ਰਹੇ ਵੀ ਤਿਗਣਾ ਪੈਸਾ ਆਏਗਾ, ਆ ਲਾਲਚ ਦਵਾ ਰਹੇ ਆਪਾਂ ਕਿਸਾਨਾਂ ਨੂੰ। ਦੇਖੀਏ ਗੱਲ ਲਾਲਚ ਨਹੀਂ ਦੇ ਰਹੇ, ਅਸੀਂ ਹਕੀਕਤ ਤੋਂ ਜਾਣੂ ਕਰਾਵਾਂਗੇ। ਜਦੋਂ ਉਹਨਾਂ ਦਾ ਫਸਲੀ ਚੱਕਰ ਚੋਂ ਨਿਕਲਣ ਦੀ ਕੋਸ਼ਿਸ਼ ਕਰਨਗੇ ਬਾਕੀ ਸਾਰੀਆਂ ਚੀਜ਼ਾਂ ਆਣਗੀਆਂ। ਇਹ ਜੇ ਬਾਕੀ ਦੇਸ਼ ਦੇ ਵਿੱਚ ਸਾਰਿਆਂ ਨੂੰ ਪਸੰਦ ਆ ਤੇ ਆਖਰ ਉਹਨਾਂ ਨੂੰ ਕੋਈ ਫਾਇਦਾ ਨਜ਼ਰ ਜ਼ਰੂਰ ਆਉਂਦਾ ਹੋਏਗਾ। ਮੈਨੂੰ ਤਾਂ ਇੱਥੇ ਇਹ ਵੀ ਕਿਹਾ ਗਿਆ ਕਿ ਬਿਹਾਰ ਦੇ ਵਿੱਚ ਜਿਹੜੇ ਲੋਕ ਫਿਰ ਇੱਥੇ ਆਣ ਕੇ ਕਿਉਂ ਕਰਦੇ ਆ, ਤਾਂ ਫਿਰ ਬਿਹਾਰ ਦੇ ਲੋਕ ਇੱਥੇ ਤੁਹਾਡੇ ਨਾਲ ਕਿਉਂ ਨਹੀਂ ਆਣ ਕੇ ਬੈਠ ਗਏ? ਐਸਾ ਨਹੀਂ ਹੈ, ਆਖਰ ਉਹਨਾਂ ਨੂੰ ਕਿਤੇ ਮਹਾਰਾਸ਼ਟਰ ਦੀ ਜਿਹੜੀ ਆ ਉਹ ਉਹਨਾਂ ਦੇ ਕਿਸਾਨ ਕਹਿੰਦੇ ਬਹੁਤ ਲਾਹੇਵੰਦ ਆ। ਮੱਧ ਪ੍ਰਦੇਸ਼ ਦੀ ਕਣਕ ਜਿਹੜੀ ਆ MSP ਤੋਂ ਬਾਅਦ 3200 ਰੁਪਏ ਦੀ ਵਿਕਣ ਡਈ ਆ। ਇਹ 3200 ਰੁਪਏ ਮੱਧ ਪ੍ਰਦੇਸ਼ ਨਹੀਂ ਤਾਂ ਮੱਧ ਪ੍ਰਦੇਸ਼ ਦੀ ਕਣਕ ਨੇ ਤਾਂ ਆਪਣਾ ਨੁਕਸਾਨ ਜ਼ਿਆਦਾ ਹੋ ਰਿਹਾ ਹੈ, ਲੇਕਿਨ ਐਨੀਵੇਜ਼ ਉਹਨਾਂ ਦਾ ਹੱਕ ਹੈ। ਉਸ ਇੱਕ ਸਮੇਂ ਹੁੰਦਾ ਸੀ ਪੰਜਾਬ, ਜਦੋਂ ਕਿ ਪੰਜਾਬ ਦੇ ਸਿਰ ਤੇ ਸਭ ਨਿਰਭਰ ਸੀਗਾ। ਲੇਕਿਨ ਜਾਂਦੇ ਮੈਂ ਤੁਹਾਡੇ ਤੋਂ ਆਖਰੀ ਸਵਾਲ ਹੀ ਲੈਣਾ ਚਾਹਾਂਗਾ ਕਿਉਂਕਿ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ ਆਪਾਂ ਨੂੰ, ਲੇਕਿਨ ਜਾਂਦੇ ਤੁਹਾਨੂੰ ਲੱਗਦਾ ਵੀ ਕਿਸਾਨੀ ਦੇ ਮੁੱਦੇ ਉੱਤੇ ਹੁਣ ਤੁਸੀਂ ਤੁਹਾਡੀ ਪਾਰਟੀ ਉੱਭਰ ਪਾਏਗੀ ਤੇ ਇੱਕ ਪਾਰਟੀ ਦੇ ਵਿੱਚ ਸਟੇਟ ਦੀ ਲੀਡਰਸ਼ਿਪ ਨੂੰ ਆਪਣੇ ਅਪਰੋਚ ਆਪਣੇ ਵਤੀਰੇ 'ਚ ਥੋੜਾ ਬਦਲਾਅ ਕਰਨਾ ਚਾਹੀਦਾ, ਕਿਸਾਨਾਂ ਦੇ ਨਾਲ ਬੈਠ ਕੇ ਗੱਲ, ਆ ਜਿਹੜਾ ਐਰੋਗੈਂਸ ਦਾ ਐਟੀਟਿਊਡ ਨਹੀਂ ਚੱਲੇਗਾ। ਮੈਨੂੰ ਲੱਗਦਾ ਵੀ ਐਰੋਗੈਂਸ ਹੈ, ਮੈਂ ਗਲਤ ਹੋ ਸਕਦਾ, ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ। ਇਸ ਤਰ੍ਹਾਂ ਹੈ ਕਿ ਅਸੀਂ ਇੱਥੇ ਤੱਕ ਵੀ ਸੀਗੇ ਕਿ ਜਦੋਂ ਅਸੀਂ ਕਿਤੇ ਆਪਣੇ ਕਿਸਾਨ ਵੀਰਾਂ ਨੂੰ ਆਰਗੇਨਾਈਜੇਸ਼ਨ ਸੈਟਅਪ 'ਚ ਵੀ ਕਰਦੇ ਸੀ ਨਾ, ਤੇ ਕਿਤੇ ਨਾ ਕਿਤੇ ਸਾਡੀ ਸਹਿਯੋਗੀ ਪਾਰਟੀ ਨੂੰ ਇਤਰਾਜ਼ ਵੀ ਹੁੰਦਾ ਸੀ। ਹੁਣ ਉਹ ਇਤਰਾਜ਼ ਨਹੀਂ ਰਹੇਗਾ। ਅਸੀਂ ਜਦੋਂ ਪਿੰਡਾਂ 'ਚ ਜਾਂਦੇ ਸੀ ਤਾਂ ਵੀ ਇਤਰਾਜ਼ ਸੀ, ਹੁਣ ਉਹ ਇਤਰਾਜ਼ ਨਹੀਂ ਰਹੇਗਾ। ਔਰ ਨੈਚੁਰਲੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਭਵਿੱਖ ਦੇ ਵਿੱਚ ਉਹ ਸਾਰੀਆਂ ਤਿਆਰੀਆਂ ਪਿੰਡਾਂ ਦੇ ਵਿੱਚ ਵੀ ਜਾਣ ਦੀ ਲੋੜ ਪੈਗੀ, ਸਾਨੂੰ ਕਿਸਾਨਾਂ ਤੱਕ ਵੀ ਜਾਣ ਦੀ ਲੋੜ ਪੈਗੀ। ਅਸੀਂ ਸਾਰਿਆਂ ਨੂੰ ਸੈਟਅਪ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵੀ ਵਧਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਬੂਤੀ ਨਾਲ ਭਾਰਤੀ ਜਨਤਾ ਪਾਰਟੀ ਖੜੀ ਹੋਵੇਗੀ। ਔਰ ਅੱਜ ਜਿੰਨੀਆਂ ਵੀ ਸਿਆਸੀ ਪਾਰਟੀਆਂ ਸਾਰੀਆਂ ਨੂੰ ਕਿਤੇ ਡਰ ਲੱਗਦਾ ਤੇ ਇੱਕੋ ਹੀ ਪਾਰਟੀ ਦੇ ਇੱਕ ਪਾਸੇ ਉਹ ਕਹਿੰਦੀ ਇਹਨਾਂ ਦੇ ਕੋਲ ਕੁਝ ਨਹੀਂ, ਦੂਜੇ ਪਾਸੇ ਡਰਦੀਆਂ ਵੀ ਆ ਤੇ ਉਹ ਸਾਡੇ ਕੋਲੇ ਡਰਦੀਆਂ ਆ। ਉਹ ਭਾਰਤੀ ਜਨਤਾ ਪਾਰਟੀ ਦਾ ਰਾਹ ਰੋਕਦੀਆਂ, ਹੋਰ ਕਿਸੇ ਦਾ ਰੋਕਦਾ ਨਹੀਂ। ਇਹਦਾ ਮਤਲਬ ਡਰ ਉਹਨਾਂ ਨੂੰ ਆ। ਇਸ ਤੋਂ ਸਾਨੂੰ ਦੱਸ ਦੇਣਾ ਚਾਹੀਦਾ, ਪਤਾ ਲੱਗ ਜਾਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਹਰ ਕਿਸਾਨ ਵੀਰ ਵੀ, ਵਪਾਰੀ ਵੀ, ਇੰਡਸਟਰੀ ਵੀ ਜਿਹੜੇ BJP ਜਿਹੜੀਆਂ ਨੀਤੀਆਂ ਨਾਲ ਜੁੜਨਗੇ ਵੀ ਔਰ ਅਸੀਂ ਵੀ ਉਹਨਾਂ ਤੱਕ ਜਾਵਾਂਗੇ ਔਰ ਜਿਹੜੇ ਵੀ ਉਹਨਾਂ ਦੇ ਭੁਲੇਖੇ ਹੋਣਗੇ ਅਸੀਂ ਦੂਰ ਕਰਾਂਗੇ ਔਰ ਨਾਲ ਜਿਹੜੀਆਂ ਉਹਨਾਂ ਦੀਆਂ ਕੋਈ ਜਾਇਜ਼ ਮੰਗਾਂ ਹੋਣਗੀਆਂ ਉਹਨਾਂ ਨੂੰ ਜਿੱਥੇ ਤੱਕ ਲਿਜਾਣ ਦੀ ਲੋੜ ਪਏਗੀ ਅਸੀਂ ਕੇਂਦਰ ਤੱਕ ਵੀ ਲਿਜਾ ਕੇ ਗੱਲ ਕਰਾਂਗੇ। ਚਲਿਏ ਸਾਂਪਲਾ ਜੀ, ਬਹੁਤ ਧੰਨਵਾਦ, ਤੁਸੀਂ ਆਏ ਸਟੂਡੀਓ ਵਿੱਚ ਇੰਨਾ ਖੁੱਲਾ ਸਮਾਂ ਦਿੱਤਾ, ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਉਮੀਦ ਕਰਾਂਗੇ ਸਾਡੇ ਦਰਸ਼ਕਾਂ ਨੂੰ ਗੱਲਬਾਤ ਪਸੰਦ ਆਈ ਹੋਵੇਗੀ। ਬਹੁਤ ਧੰਨਵਾਦ ਸਾਡਾ। ਮੋਦੀ ਸਾਹਿਬ ਦੇ ਅਸੀਂ ਪੁਤਲੇ ਫੂਕਦੇ ਦੇਖ ਲਏ ਹੈਗੇ ਨੇ, ਦੁਸ਼ਹਿਰੇ ਤੇ ਰਾਵਣ ਨਹੀਂ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਨੇ। ਭਾਰਤੀ ਜਨਤਾ ਪਾਰਟੀ ਨੂੰ ਅੱਜ ਕਿਸਾਨਾਂ ਦੇ ਮੁੱਦੇ ਨੂੰ ਐਡਰੈਸ ਕਰਨਾ ਚਾਹੀਦਾ ਹੈ, ਲੇਕਿਨ ਵਿਜੇ ਸਾਂਪਲਾ ਅੱਜ ਦਲਿਤਾਂ ਦੇ ਉੱਤੇ ਜਿਹੜੇ ਅਤਿਆਚਾਰ ਪੰਜਾਬ ਵਿੱਚ ਕਥਿਤ ਹੋ ਰਹੇ ਹੈਗੇ ਨੇ ਉਹਨਾਂ ਦੇ ਮੁੱਦੇ ਨੂੰ ਚੁੱਕ ਰਿਹਾ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਐਵੇਂ ਤਾਂ ਕਹਿੰਦੇ ਨੇ ਵੀ ਇਹ ਕਿਸਾਨ ਨਹੀਂ ਹੈਗੇ ਨੇ, ਤੁਸੀਂ ਉਹਨਾਂ ਦੇ ਕਿਰਦਾਰ ਉੱਤੇ ਸ਼ੱਕ ਕਰਦੇ ਹੋ। ਇਸ ਗੱਲ ਦਾ ਗੁੱਸਾ ਤਾਂ ਹੀ ਇਹ ਆਪਸ ਦੇ ਵਿੱਚ ਰਾਬਤਾ ਕਾਇਮ ਨਹੀਂ ਹੋ ਪਾ ਰਿਹਾ। ਮੈਂ ਤਾਂ ਕਹਿ ਰਿਹਾ ਵੀ ਜਿਹੜੇ ਕੌਨਫੀਡੈਂਸ ਬਿਲਡਿੰਗ ਮੇਜਰ CBMs ਹੁੰਦੇ ਨੇ, ਤੁਹਾਡੇ ਪ੍ਰਧਾਨ ਸਟੇਜ ਤੋਂ ਕੁਝ ਹੋਰ ਭਾਸ਼ਾ ਬੋਲਦੇ ਨੇ, ਤੁਸੀਂ ਇੱਥੇ ਸਟੇਟ ਦੇ ਵਿੱਚ ਕੁਝ ਹੋਰ ਭਾਸ਼ਾ ਬੋਲਦੇ ਹੋ, ਮਾਲ ਗੱਡੀਆਂ ਨੂੰ ਰੋਕਤਾ ਜਾਂਦਾ, ਇਹ ਪ੍ਰਭਾਵ ਜਾ ਰਿਹਾ, ਇਹਨੂੰ ਕਲੈਰੀਫਾਈ ਕਰੋ। ਕੇਂਦਰ ਸਰਕਾਰ ਨੇ ਕਿਤੇ ਮਾਲ ਗੱਡੀਆਂ ਨਹੀਂ ਰੋਕੀਆਂ, ਮੈਂ ਬੜੇ ਜ਼ਿੰਮੇਵਾਰੀ ਨਾਲ ਕਹਿ ਰਿਹਾ। ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਕਲੀਅਰੈਂਸ ਮੰਗੀ। ਅਗਰ ਕੇਂਦਰ ਸਰਕਾਰ ਨੇ ਕਿਤੇ ਕਲੀਅਰੈਂਸ ਲੈਣੀ ਤੇ ਕਿਹਦੇ ਕੋਲ ਲੈਣੀ? ਸੂਬਾ ਸਰਕਾਰ ਤੋਂ। ਕੱਲ ਨੂੰ ਕੋਈ ਵਾਰਦਾਤ ਹੋ ਜਾਏ ਕੌਣ ਜ਼ਿੰਮੇਵਾਰ ਹੈ? ਪੰਜਾਬ ਦੇ ਵਿੱਚ ਜਿਹੜਾ ਪ੍ਰੋਟੈਸਟ ਹੁੰਦਾ ਹੈ, ਜਿਹੜਾ ਵਿਰੋਧ ਹੁੰਦਾ ਹੈ, ਉਹ ਦੇਸ਼ ਦੇ ਕਿਸੇ ਹੋਰ ਸੂਬੇ 'ਚ ਨਹੀਂ ਹੁੰਦਾ। ਇਸ ਨੂੰ ਆਪਾਂ ਪੰਜਾਬ ਦੀ BJP ਦੀ ਲੀਡਰਸ਼ਿਪ ਦਾ ਫੇਲਿਅਰ ਮੰਨੀਏ ਕਿ ਤੁਸੀਂ ਲੋਕ ਆਪਣੇ ਕਿਸਾਨਾਂ ਦੇ ਨਾਲ ਕਨੈਕਟਡ ਨਹੀਂ ਹੋ, ਤੁਸੀਂ ਇੱਕ ਸ਼ਹਿਰੀ ਪਾਰਟੀ ਹੋ, ਤੁਹਾਡਾ ਪਿੰਡਾਂ ਦੇ ਵਿੱਚ ਕੋਈ ਆਧਾਰ ਨਹੀਂ ਹੈ। ਜੇ ਕਿਸਾਨ ਵੀਰਾਂ ਦਾ ਕੋਈ ਅੰਦੋਲਨ ਚੱਲਦਾ ਉਹਦੀ ਆੜ ਦੇ ਵਿੱਚ ਤੁਸੀਂ ਆਣ ਕੇ ਸਾਡੇ BJP ਦੇ ਦਫ਼ਤਰ ਤੋੜ ਦਿਓਗੇ।
ਤੁਸੀਂ 1984 ਦਾ ਵਾਕਿਆ ਸਾਨੂੰ ਸਾਡੇ ਮੁਰੇ ਦੱਸਣਾ ਨਹੀਂ, ਚਾਹੁੰਦੇ ਤੁਸੀਂ ਆ ਇਹਨੂੰ ਬੰਗਾਲ ਬਣਾਉਣਾ ਚਾਹੁੰਦੇ ਹੋ? ਮੇਰਾ ਨਹੀਂ, ਸਵਾਲ ਹੈ ਤੇ ਤੁਸੀਂ ਬੀਜੇਪੀ ਨੂੰ 1984 ਬੰਗਾਲ ਜੋ ਬੰਗਾਲ 'ਚ ਹੋ ਰਿਹਾ ਉਹ ਤੁਸੀਂ ਚਾਹੁੰਦੇ ਹੋ ਵੀ ਪੰਜਾਬ 'ਚ ਨਾ, ਹੋਵੇ? ਨਾ, ਜਿਸ ਨਾ, ਤਰੀਕੇ ਨਾ। ਦਾ ਕਿਸ ਕਿਸਮ ਦੀ ਰਾਜਨੀਤੀ ਹੈ ਜਿਹੜਾ ਬੀਜੇਪੀ ਕਿਸਾਨਾਂ ਨੂੰ ਸਮਝਾਓ ਨਾ। ਕਿਸਾਨਾਂ ਦੇ ਨਾਲ ਰਾਬਤਾ ਤਾਂ ਆਪਾਂ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀਆਂ ਦਾ ਕਾਇਮ ਨਹੀਂ ਕਰਾ ਪਾਏ। ਉਸ ਹਾਲਾਤ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਅੱਗ ਨਾ ਲਵਾ ਦਿਓ। ਅੱਗ ਕੌਣ ਲਗਾਏਗਾ? ਕਿਸਾਨਾਂ ਦੀ ਗੱਲ ਬੈਠੋ ਸੁਣੋ, ਮੇਜ਼ ਤੇ ਆਣ ਸਾਰੇ ਇਕੱਠੇ ਹੋਣ। ਇਹ ਕਿਉਂ ਨਹੀਂ ਬੀਜੇਪੀ ਲੀਡਰਸ਼ਿਪ ਕਰ ਪਾ ਰਹੀ? ਅਸੀਂ ਕੱਲੀ ਤੁਹਾਡੀ ਬਾਂਹ ਵੀ ਬਣਨਾ ਚਾਹੁੰਦੇ, ਤੁਹਾਡੇ ਵਕਾਲਤ ਕਰਨ ਨੂੰ ਅਸੀਂ ਤਿਆਰ ਬੈਠੇ ਹਾਂ ਪੰਜਾਬ ਦੇ ਹਿੱਤਾਂ ਦੇ ਲਈ।